ॐ श्री वाहिगुरु साहिब जी। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद जप आद सच आद सच है भी सच नानक होसी भी सच। हर की वडियाई देखो संतहो हर निमाणिया मान देवाए। यो धरती चरण तलै ते ऊपर आवहे त्यो नानक साध जना जगत आन सब पैरी पाहे। हर जियो निमाणिया तू मान ये चीज़िया चीज करे मेरा गोविंद। तेरी कुदरत को कुर्बान रहे शास्त्र खट पिंग गिरन चढ़ जाए। अंध लखै बदरो सुनै जो काल कृपा कराए। हम बुद्ध प्रभ तुच्छ हमारी करन सकै महिमा जो तिहारी। हम ना सकत कर सिफत तुम्हारी आप ले हो तुम कथा सुधारी। हम ना सकत कर सिफत तुम्हारी आप ले हो तुम कथा सुधारी। सतनाम श्री वाहिगुरु साहिब जी। ये जुग चारे आरजा होर दसूणी होए। नवा खंडा विच जाणीए नाल चलै सब कोए। जे जुग चारे आरजा होर दसूणी होए।
ਨਵਾ ਖੰਡਾ ਵਿੱਚ ਜਾਣੀਐ, ਨਾਲ ਚੱਲੈ ਸਭ ਕੋਏ। ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗ ਲੇ। ਜੇ ਤਿਸ ਨਦਰ ਨਾ ਆਵਈ, ਤਾ ਬਾਤ ਨਾ ਪੁੱਛੈ ਕੇ। ਕੀਟਾ ਅੰਦਰ ਕੀਟ ਕਰ, ਦੋਸੀ ਦੋਸ ਧਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਤੇਹਾ ਕੋਇ ਨਾ ਸੁਝਈ, ਜੇ ਤਿਸ ਗੁਣ ਕੋਇ ਕਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਤੇਹਾ ਕੋਇ ਨਾ ਸੁਝਈ, ਜੇ ਤਿਸ ਗੁਣ ਕੋਇ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਭਾਈਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ, ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਲੜੀਵਾਰ ਪਾਵਨ ਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਧਾਂ ਦੇ ਨਾਲ ਚਰਚਾ ਕਰਦਿਆਂ ਹੋਇਆਂ ਹਜ਼ੂਰ ਨੇ ਜੋ ਜਪਦੀ ਸਾਹਿਬ ਪਾਵਨ ਬਾਣੀ ਨੂੰ ਉਚਾਰਨ ਕੀਤਾ, ਸੁਮੇਰ ਪਰਬਤ ਤੇ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਧਾਂ ਨੇ ਸਵਾਲ ਕੀਤੇ ਆ, ਸਤਿਗੁਰੂ ਜੀ ਯੋਗ ਉੱਤਰ ਦੇ ਕਰਕੇ ਸ਼ੰਕਿਆਂ ਭਰਮਾਂ ਦੀ ਨਿਵਰਤੀ ਕਰ ਰਹੇ ਨੇ। 6 ਪੌੜੀਆਂ ਦੀ ਵਿਚਾਰ ਪਿਛਲੇ ਦੀਵਾਨਾਂ ਵਿੱਚ ਹੋ ਚੁੱਕੀ ਸੀ। 7ਵੀਂ ਪੌੜੀ ਅੰਦਰ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਧਾਂ ਦੇ ਸਵਾਲ ਕਰਨ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਵਾਬ ਦਿੱਤਾ ਹੈ। ਜਦੋਂ ਬਾਰ-ਬਾਰ ਸਵਾਲ ਕਰ ਕਰਕੇ ਸ਼ਕਤੀਆਂ ਦਿਖਾ ਕਰਕੇ ਵੀ ਥੱਕ ਹਾਰ ਗਏ, ਫਿਰ ਕਹਿਣ ਲੱਗੇ, ਹੇ ਮਹਾਰਾਜ, ਸਾਡੇ ਮਤ ਦੇ ਵਿੱਚ ਤੁਸੀਂ ਮਿਲ ਜਾਵੋ, ਤੁਹਾਨੂੰ ਰਿੱਧੀਆਂ ਸਿੱਧੀਆਂ ਕਰਾਮਾਤਾਂ ਦੀ ਪ੍ਰਾਪਤੀ ਹੋ ਜਾਵੇਗੀ। ਫਿਰ ਜਗਤ ਅੰਦਰ ਜਿੱਥੇ ਵੀ ਜਾਵੋਗੇ ਮਹਾਰਾਜ, ਤੁਹਾਡਾ ਪ੍ਰਤਾਪ ਹੋਵੇਗਾ। ਜਗਤ ਦੇ ਲੋਕ ਤੁਹਾਡੀ ਆਓ ਭਗਤੀ ਕਰਨਗੇ, ਸਭ ਥਾਵਾਂ ਤੇ ਤੁਹਾਡੀ ਜੈ ਜੈਕਾਰ ਹੋਵੇਗੀ। ਤਨਕ ਮਾਤਰ ਸਮੇਂ ਵਿੱਚ ਮਹਾਰਾਜ ਜੋ ਵੀ ਕਰਕੇ ਦਿਖਾਉਣਾ ਚਾਹੋਗੇ ਜਗਤ ਨੂੰ ਦਿਖਾ ਸਕੋਗੇ। ਇਤਿਆਦਿਕ ਸ਼ਕਤੀਆਂ ਦੇ ਮਾਣ ਕਰਕੇ ਸਿੱਧਾਂ ਨੇ ਕਿਹਾ ਕਿ ਮਹਾਰਾਜ ਸਾਡੇ ਪੰਥ ਵਿੱਚ ਤੁਸੀਂ ਮਿਲ ਜਾਵੋ। ਪਹਿਲਾਂ ਵੀ ਯਤਨ ਕੀਤੇ ਸਨ ਆਪਣੀਆਂ ਕਰਾਮਾਤਾਂ ਦਿਖਾ ਕੇ, ਪਰ ਇਸ ਗੱਲੋਂ ਅਗਿਆਤ ਸਨ ਇਹ ਸਿੱਧ ਕੇ ਸਤਿਗੁਰੂ ਜੀ ਤਾਂ ਸ਼ਕਤੀਆਂ ਦੇ ਸਮੁੰਦਰ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਰਾਬਰਤਾ ਭਲਾ ਕਿਵੇਂ ਕੀਤੀ ਜਾ ਸਕਦੀ ਸੀ। ਸਤਿਗੁਰੂ ਜੀ ਨੂੰ ਕਿਸੇ ਵੀ ਢੰਗ ਦੇ ਨਾਲ ਨਿਵਾਇਆ ਨਹੀਂ ਜਾ ਸਕਦਾ।
ਇਹ ਗੱਲ ਸਿੱਧ ਨਹੀਂ ਸਨ ਜਾਣਦੇ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਨੇ ਜਦੋਂ ਇਹੋ ਕਿਹਾ ਤੇ ਹਜੂਰ ਨੇ ਇਹ ਸਾਧ ਸੰਗਤ ਜੀ ਪੌੜੀ ਉਚਾਰਨ ਕੀਤੀ ਹੈ, ਜੋ ਜਪਜੀ ਸਾਹਿਬ ਦੇ ਅੰਦਰ 7ਵੀਂ ਪੌੜੀ ਹੈ, 7ਵੇਂ ਥਾਂ ਤੇ ਹੈ। ਆਓ ਪਿਆਰ ਦੇ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਪਵਿੱਤਰ ਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ, ਪਿਆਰ ਦੇ ਸਹਿਤ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਏ ਜੁਗ ਚਾਰੇ ਆਰਜਾ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਿੱਧਾਂ ਦੇ ਕਹਿਣ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ। ਜਦੋਂ ਹਜੂਰ ਨੂੰ ਆਪਣੇ ਪੰਥ ਦੇ ਵੀ ਸ਼ਾਮਲ ਕਰਨ ਦੇ ਵਾਸਤੇ ਆਖਦੇ ਹੈ ਕਿ ਮਹਾਰਾਜ ਯੋਗ ਮਤ ਧਾਰਨ ਕਰ ਲਵੋ। ਹੇ ਸਤਿਗੁਰੂ ਜੀ, ਉਮਰ ਵੀ ਵਡੇਰੀ ਹੋ ਜਾਵੇਗੀ, ਫਿਰ ਕਰਾਮਾਤਾਂ ਵੀ ਬਹੁਤ ਸਾਰੀਆਂ ਪ੍ਰਾਪਤ ਹੋ ਜਾਣਗੀਆਂ। ਤੇ ਸਤਿਗੁਰੂ ਜੀ ਉਚਾਰਦੇ ਹਨ, ਜੇ ਯੁਗ ਚਾਰੇ ਆਰਜਾ। ਹੇ ਸਿੱਧੋ, ਇੱਕ ਯੁੱਗ ਦੇ ਵਿੱਚ ਤਾਂ ਕੀ ਭਾਵੇਂ 4 ਯੁੱਗਾਂ ਜਿੰਨੀ ਜੇ ਕਿਸੇ ਦੀ ਉਮਰ ਹੋ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਜਿਵੇਂ ਸਤਿਯੁਗ ਦੇ ਵਿੱਚ ਲੱਖਾਂ ਹੀ ਵਰੇ ਉਮਰਾਂ ਹੋਇਆ ਕਰਦੇ ਸੀਗੇ, ਫਿਰ ਇਸੇ ਤਰ੍ਹਾਂ ਹਜ਼ਾਰਾਂ ਹੀ ਵਰਾ ਉਮਰਿਆ ਹੋਇਆ ਕਰਦੇ ਸੀਗੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਵੇਂ ਹੁਣ ਕਲਯੁਗ ਦੇ ਅੰਦਰ ਜੇ ਸੈਂਕੜੇ ਵਰੇ ਉਮਰ ਹੈ, ਭਾਵ ਜਿਤਨੀ 4 ਯੁੱਗਾਂ ਦੀ ਉਮਰ ਹੈ, ਇਹ ਸਾਰੀ ਉਮਰ ਭਾਵੇਂ ਕਿਸੇ ਦੀ ਹੋ ਜਾਵੇ ਸਾਂ। ਜੇ ਯੁੱਗ ਚਾਰੇ ਆਰਜਾ 4 ਯੁੱਗਾਂ ਜਿੰਨੀ ਭਾਵੇਂ ਕਿਸੇ ਦੀ ਉਮਰ ਹੋ ਜਾਵੇ। ਹੋਰ ਦਸੋਣੀ ਹੋਏ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ 10 ਗੁਣਾ ਵਾਧੇ ਦੇ ਨਾਲੋਂ ਭਾਵੇਂ ਹੋਰ ਵੀ ਕੋਈ ਉਮਰ ਵਧਾ ਲਵੇ ਸਾਂ। ਭਾਵ ਯੋਗ ਮਤ ਦੁਆਰਾ 10ਮ ਦਵਾਰ ਦੇ ਵੀ ਸਵਾਸ ਟਿਕਾ ਕੇ ਭਾਵੇਂ ਕਿਤਨਾ ਲੰਮੇਰਾ ਸਮਾਂ ਜਗਤ ਅੰਦਰ ਬੈਠਾ ਰਹੇ, ਪਰ ਵਾਹਿਗੁਰੂ ਦੇ ਭਜਨ ਕੀਤੇ ਬਿਨਾਂ ਇਹ ਜਿਤਨੀ ਵੱਡੀ ਉਮਰ ਹੁੰਦੀ ਜਾਂਦੀ ਹੈ, ਕੋਈ ਵੀ ਉਹਦਾ ਲਾਭ ਨਹੀਂ ਪ੍ਰਾਪਤ ਹੁੰਦਾ। ਕਦੇ ਜੀਵਨ ਨੂੰ ਕਿਰਤਾਰਥ ਨਹੀਂ ਕੀਤਾ ਜਾ ਸਕਦਾ, ਲੋਕ ਪਰਲੋਕ ਸਵਾਰਿਆ ਨਹੀਂ ਜਾ ਸਕਦਾ ਜੇ ਪਰਮੇਸ਼ਰ ਦਾ ਭਜਨ ਨਾ ਕਰੀਏ। ਕਿਉਂਕਿ ਹਜੂਰ ਦੇ ਬਚਨ ਆਉਂਦੇ ਆ ਗੁਰਬਾਣੀ ਵਿੱਚ। ਸਤਿਗੁਰੂ ਜੀ ਨੇ ਫਰਮਾਨ ਕੀਤਾ, ਕਹਿੰਦੇ ਹਜ਼ਾਰਾਂ ਲੱਖਾਂ ਤਾਂ ਕੀ ਭਾਵੇਂ ਕਰੋੜਾਂ ਹੀ ਵਰੇ ਕੋਈ ਉਮਰ ਜਗਤ ਦੇ ਅੰਦਰ ਪਰਮੇਸ਼ਰ ਦੇ ਭਜਨ ਕੀਤੇ ਬਿਨਾਂ ਬਤੀਤ ਕਰ ਲਵੇ, ਪਰ ਕਿਸੇ ਵੀ ਲੇਖੇ ਵਿੱਚ ਨਹੀਂ ਪੈਂਦੀ। ਹਜੂਰ ਦੇ ਬਚਨ ਆਉਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਟੋਡੀ ਰਾਗ ਵਿੱਚ ਵੀ ਸਤਿਗੁਰੂ ਜੀ ਨੇ ਬਚਨ ਉਚਾਰਨ ਕੀਤੇ ਆ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ। ਅੱਜ ਦਾ ਮੁੱਖ ਵਾਕ ਇਹੋ ਹੀ ਆਇਆ। ਹਜੂਰ ਨੇ ਬਚਨ ਕੀਤੇ ਹਨ, ਹਰ ਵਿਸਰਤ ਸਦਾ ਖੁਵਾਰੀ, ਤਾ ਕੋ ਧੋਖਾ ਕਹਾ ਵਿਆਪੈ, ਜਾ ਕ ਓਟ ਤੁਹਾਰੀ, ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੈ, ਅੰਤ ਚੱਲੈ ਗੋ ਹਾਰੀ। ਭਾਵੇਂ 9 ਖੰਡਾਂ ਦੇ ਵਿੱਚ ਰਾਜ ਕਿਉਂ ਨਾ ਕਮਾ ਲਵੇ, ਪਰ ਅੰਤ ਸਮੇਂ ਨੂੰ ਹਾਰ ਕਰਕੇ ਮਨੁੱਖ ਜਾਂਦਾ ਹੈ। ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਮਨੁੱਖ ਦੀ ਜਿਹੜੀ ਉਮਰ ਹੈ, ਭਾਵੇਂ ਬਹੁਤ ਲੰਮੇਰੀ ਹੋ ਜਾਵੇ, ਪਰ ਜਿਵੇਂ ਜਿਵੇਂ ਸੱਪ ਦੀ ਉਮਰ ਲੰਬੀ ਹੁੰਦੀ ਜਾਂਦੀ, ਤਿਵੇਂ ਤਿਵੇਂ ਜ਼ਹਿਰ ਵੀ ਉਹਦਾ ਵੱਧਦਾ ਜਾਂਦਾ ਹੈ। ਇਸੇ ਤਰ੍ਹਾਂ ਵਾਹਿਗੁਰੂ ਦੇ ਭਜਨ ਕੀਤੇ ਬਿਨਾਂ ਜਗਤ ਅੰਦਰ ਜੀਵ ਦਾ ਜਿਹੜਾ ਵਿਸ਼ਿਆਂ ਦੇ ਵਿਕਾਰਾਂ ਦੀ ਜ਼ਹਿਰ ਹੈ, ਹੰਕਾਰ ਦੀ ਜ਼ਹਿਰ ਹੈ, ਉਹ ਵੱਧਦੀ ਜਾਂਦੀ ਹੈ, ਵੱਧਦੀ ਜਾਂਦੀ, ਘਟਦੀ ਨਹੀਂ ਹੈ। ਉਮਰ ਜਿਤਨੀ ਮਰਜ਼ੀ ਲੰਬੀ ਹੋ ਜਾਵੇ, ਪਰ ਇਹ ਵਿਸ਼ੇ ਵਿਕਾਰਾਂ ਨੂੰ ਵੀ ਜ਼ਹਿਰ ਨਹੀਂ ਕਦੇ ਵੀ ਘਟਦੀ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਫਰਮਾਨ ਕੀਤਾ, ਕਹਿੰਦੇ ਹਨ ਕਿ ਇਹ ਜੀਵ ਤੇਰੇ ਜਿਹੜੇ ਕੇਸ ਹੈ ਨਾ, ਕਾਲਿਆਂ ਤੋਂ ਚਿੱਟੇ ਹੋ ਗਏ ਹੈ। ਫਿਰ ਤੇਰੀ ਜਿਹੜੀ ਬੁੱਧ ਦਾ ਬਲ ਹੈ ਉਹ ਵੀ ਘਟ ਜਾਣਾ ਕੀਤਾ ਹੈ। ਕੰਨਾਂ ਦੀ ਸੁਣਨ ਸ਼ਕਤੀ ਵੀ ਘਟ ਗਈ ਹੈ। ਨੇਤਰਾਂ ਵਿੱਚ ਦੇਖਣ ਦੀ ਸ਼ਕਤੀ ਵੀ ਖਤਮ ਹੋ ਜਾਣਾ ਕੀਤੀ ਹੈ। ਜ਼ਬਾਨ ਤੋਂ ਜੋ ਕੁਝ ਵੀ ਬਚਨ ਬੋਲਦਾ ਹੈ,
ਇਉਂ ਜਾਪਦਾ ਜਿਵੇਂ ਸਤਵੇਂ ਪਤਾਲ ਦੇ ਵਿੱਚੋਂ ਆਵਾਜ਼ ਆ ਰਹੀ ਹੋਵੇ, ਪਰ ਤੇਰੇ ਅੰਦਰ ਜਿਹੜਾ ਵਿਸ਼ੇ ਵਿਕਾਰਾਂ ਦਾ, ਮੰਦੀ ਵਾਸ਼ਨਾ ਦਾ, ਕਾਮ ਵਾਸ਼ਨਾ ਦਾ ਇਹ ਮਧਾਣਾ ਹੈ, ਉਸੇ ਤਰ੍ਹਾਂ ਹੀ ਅਜੇ ਰਿੜਕਣਾ ਪਾ ਰਿਹਾ ਹੈ। ਇਹ ਤਾਂ ਦੂਰ ਹੋਇਆ ਹੀ ਨਾ। ਫਿਰ ਪਰਮੇਸ਼ਰ ਦੇ ਭਜਨ ਕੀਤੇ ਬਿਨਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਗਤ ਅੰਦਰ ਭਾਵੇਂ ਲੰਮੇਰੀ ਉਮਰ ਵੀ ਕੋਈ ਨਿਰਵਾਹ ਕਰ ਲਵੇ, ਪਰ ਕਿਸੇ ਲੇਖੇ ਵਿੱਚ ਨਹੀਂ ਪੈਣਾ ਕਰਦੀ। ਪੁੰਡਰ ਕਸਮ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਕੁਸਮ ਤੇ ਤੌਲੇ ਸਬਤ ਪਾਤਾਲ ਕੀ ਬਾਣੀ, ਲੋਚਨ ਸ਼ਰਮ ਹੈ ਬੁੱਧ ਬਲ ਥਾਕਾ, ਤਾਂ ਕਾਮ ਪਵ ਸਮਾਧਾਣੀ। ਜਿਹੜੀ ਮੰਦੀ ਵਾਸ਼ਨਾ ਰੂਪੀ ਇਹ ਸਾਧ ਸੰਗਤ ਜੀ ਅੰਦਰ ਮਧਾਣੀ ਨੇ ਰਿੜਕਣਾ ਪਾੜਨਾ ਕੀਤਾ, ਇਹ ਤਾਂ ਜੇ ਦੂਰ ਹੋਇਆ ਹੀ ਨਾ। ਵਡੇਰੀ ਉਮਰ ਹੋ ਗਈ ਹੈ, ਬਿਰਧ ਉਮਰ ਹੋ ਗਈ ਹੈ ਭਾਵੇਂ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੀ ਮੰਦੀ ਵਾਸ਼ਨਾ ਇਹ ਵਿਕਾਰਾਂ ਨੂੰ ਤਾਂ ਨਹੀਂ ਨਾ ਮੇਟ ਸਕਿਆ। ਜਿੰਨੀ ਦੇਰ ਤੱਕ ਪਰਮੇਸ਼ਰ ਦਾ ਭਜਨ ਨਹੀਂ ਕਰਦਾ, ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ, ਉਨੀ ਦੇਰ ਤੱਕ ਕਦੇ ਮੰਦੀਆਂ ਵਾਸ਼ਨਾਵਾਂ ਨੂੰ ਅੰਦਰੋਂ ਮਿਟਾਇਆ ਹੀ ਨਹੀਂ ਜਾ ਸਕਦਾ। ਜਗਤ ਦੇ ਭਾਵੇਂ ਜਿਤਨੇ ਮਰਜ਼ੇ ਕੋਈ ਸਾਧਨ ਸਾਧ ਕਰਕੇ ਦੇਖ ਲਵੇ, ਸੰਸਾਰ ਦੇ ਤਮਾਮ ਸਾਧਨ ਹਨ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕੇਵਲ ਇੱਕ ਪਰਮੇਸ਼ਰ ਦਾ ਭਜਨ ਹੈ, ਕੇਵਲ ਇੱਕ ਵਾਹਿਗੁਰੂ ਦਾ ਨਾਮ ਹੈ, ਜੋ ਜੀਵ ਦੇ ਅੰਦਰ ਦੀਆਂ ਮੰਦੀਆਂ ਵਾਸ਼ਨਾਵਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਵਿਕਲਪਾਂ ਨੂੰ, ਸਕਲਪਾਂ ਨੂੰ ਮੇਟ ਸਕਦਾ। ਕੇਵਲ ਪਰਮੇਸ਼ਰ ਦਾ ਇੱਕ ਭਜਨ ਹੈ। ਸੋ ਇਸ ਲਈ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਭਾਵੇਂ ਹਜ਼ਾਰਾਂ ਵਰੇ ਉਮਰ ਹੋ ਜਾਵੇ, 4 ਯੁੱਗਾਂ ਜਿੰਨੀ ਕਿਸੇ ਦੀ ਉਮਰ ਹੋ ਜਾਵੇ, 10 ਗੁਣਾ ਵੱਧ ਉਹਦੇ ਨਾਲੋਂ ਹੋਰ ਉਮਰ ਵੱਧ ਜਾਵੇ, ਪਰ ਵਾਹਿਗੁਰੂ ਦੇ ਭਜਨ ਕੀਤੇ ਬਿਨਾਂ ਕਿਸੇ ਲੇਖੇ ਵਿੱਚ ਨਹੀਂ ਹੈ। ਕੇਵਲ ਹੰਕਾਰ ਦੀ ਜ਼ਹਿਰ ਜੀਵ ਦੇ ਅੰਦਰ ਵੱਧਦੀ ਜਾਂਦੀ ਹੈ। ਦਸ਼ਮੇਸ਼ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਸ ਸਮੇਂ ਮੁਕਤਸਰ ਸਾਹਿਬ ਦੀ ਜੰਗ ਫਤਿਹ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਨਾਂਦੇੜ ਦੀ ਧਰਤੀ ਇੱਧਰ ਹਜੂਰ ਸਾਹਿਬ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਉਣਾ ਕੀਤਾ, ਰਸਤੇ ਵਿੱਚ ਸਤਿਗੁਰੂ ਜੀ ਇੱਕ ਸੁੰਦਰ ਥਾਂ ਤੇ ਨਦੀ ਦੇ ਕਿਨਾਰੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਡੇਰਾ ਕੀਤਾ। ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ, ਇੱਕ ਕਿਨਾਰੇ ਤੇ ਸਤਿਗੁਰੂ ਜੀ ਨੇ ਸਿੰਘਾਂ ਦੇ ਸਹਿਤ ਡੇਰਾ ਕੀਤਾ, ਐਨ ਉਸੇ ਕਿਨਾਰੇ ਤੇ ਨਦੀ ਦੇ ਦੂਸਰੇ ਪਾਸੇ ਇੱਕ ਯੋਗੀ ਬੜੀ ਵੱਡੀ ਉਮਰ ਦਾ ਸੀਗਾ, ਹਜ਼ਾਰਾਂ ਵਰੇ ਉਹਦੀ ਉਮਰ ਸੀ, ਤੇ ਸਾਧ ਸੰਗਤ ਜੀ ਬੜਾ ਮਨ ਵਿੱਚ ਹੰਕਾਰ ਸੀ ਉਸਦੇ। ਜਦੋਂ ਸਿੰਘਾਂ ਦੇ ਉੱਥੇ ਫਿਰਦਿਆਂ ਹੋਇਆ ਦੇਖਿਆ, ਇੱਧਰ ਉੱਧਰ ਟਹਿਲਦੇ ਪਏ ਸਨ, ਗੁਰਬਾਣੀ ਦਾ ਜਾਪ ਕਰ ਰਹੇ ਸਨ, ਉਹ ਹੰਕਾਰੀ ਯੋਗੀ ਕਹਿਣ ਲੱਗਾ ਆਪਣੇ ਚੇਲਿਆਂ ਨੂੰ, ਇੱਥੇ ਕੌਣ ਆਇਆ? ਥੋੜਾ ਸਾ ਉਹਨਾਂ ਨੂੰ ਪਤਾ ਸੀ ਕਿ ਅਨੰਦਪੁਰ ਸਾਹਿਬ ਵਾਲੇ ਗੁਰੂ ਇੱਥੇ ਚੱਲ ਕਰਕੇ ਆਏ ਹੈ, ਔਰ ਇੰਨੇ ਸਮੇਂ ਨੂੰ ਸਿੰਘ ਵੀ ਟਹਿਲਦੇ ਹੋਏ ਦੂਸਰੇ ਪਾਸੇ ਚਲੇ ਗਏ। ਜਦੋਂ ਪੁੱਛਿਆ ਕਿ ਇਹਨਾਂ ਸਤਿਗੁਰਾਂ ਦੀ ਉਮਰ ਕਿੰਨੀ ਕੁ ਹੈ, ਤੇ ਸਿੰਘਾਂ ਨੇ ਦੱਸਿਆ ਕਿ 35 ਕੁ ਸਾਲ ਦੇ ਕਰੀਬ ਸਤਿਗੁਰੂ ਜੀ ਦੀ ਉਮਰ ਹੈ। ਤੇ ਸਾਧ ਸੰਗਤ ਜੀ ਜਿਵੇਂ ਕਿਸੇ ਨੂੰ ਮਖੌਲ ਕਰੀਦਾ, ਤਿਵੇਂ ਮੁਸਕਰਾ ਕੇ ਕਹਿਣ ਲੱਗਾ, ਇੰਨੀ ਛੋਟੀ ਉਮਰ ਦੇ ਵਿੱਚ ਗੁਰੂ ਬਣ ਜਾਣਾ, ਇਹ ਕਹਿੰਦਾ ਯੋਗ ਗੱਲ ਨਹੀਂ ਹੈ। ਯੋਗੀ ਆਖਦਾ ਇੰਨੀ ਛੋਟੀ ਉਮਰ ਦੇ ਵਿੱਚ ਕੋਈ ਸਾਧਨ ਵੀ ਅਜੇ ਸਾਧਿਆ ਨਾ ਹੋਵੇਗਾ, ਤੇ ਫਿਰ ਗੁਰੂ ਬਣ ਗਏ ਆ। ਤੇ ਸਾਧ ਸੰਗਤ ਜੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਕੋਲ ਸਿੰਘ ਚੱਲ ਕਰਕੇ ਆ ਗਏ ਨੇ, ਤੇ ਗਰੀਬ ਨਵਾਜ ਸਤਿਗੁਰੂ ਜੀ ਨੂੰ ਆ ਕੇ ਬੇਨਤੀ ਕਰਕੇ ਦੱਸਿਆ ਹੈ, ਮਹਾਰਾਜ ਜੋਗੀ ਉੱਥੇ ਐਵੇਂ ਆਖਦਾ ਸੀ, ਕੌਣ ਹੈ? ਤੇ ਹਜੂਰ ਨੇ ਸਾਧ ਸੰਗਤ ਜੀ ਬਚਨ ਕੀਤੇ, ਪਿੱਛੇ ਪਿੱਛੇ ਉਹਦੇ ਚੇਲੇ ਵੀ ਤੁਰੇ ਆ ਰਹੇ ਸਨ ਸਿੰਘਾਂ ਦੇ। ਉਹਨਾਂ ਨੇ ਆਪਣੇ ਕੰਨੀ ਇਹ ਬਚਨ ਸੁਣੇ ਜਦੋਂ ਸਤਿਗੁਰਾਂ ਨੇ ਦੱਸਿਆ, ਕਹਿਣ ਲੱਗੇ, ਸਿੰਘੋ ਇਹਦੀ 5020 ਸਾਲ 5000 ਤੇ 20 ਉੱਪਰ ਇਹਦੀ ਇੰਨਾ ਸਮਾਂ ਇਹਦੀ ਉਮਰ ਹੈ, ਇੰਨੀ ਵੱਡੀ ਉਮਰ ਦਾ ਇਹ ਯੋਗੀ ਹੈ। ਤੇ ਯੋਗ ਮਤ ਦੁਆਰਾ ਦਸਮ ਦਵਾਰ ਦੇ ਵੀ ਸਵਾਸ ਚੜਾ ਕੇ ਚੌਂਕੜਾ ਲਾ ਕੇ ਬੈਠਾ ਰਹਿੰਦਾ ਹੈ। ਇਸੇ ਕਰਕੇ ਮਨ ਦੇ ਵਿੱਚ ਹੰਕਾਰ ਹੈ ਕਿ ਮੇਰੀ ਉਮਰ ਵਡੇਰੀ ਹੈ, ਪਰ ਇਸ ਗੱਲ ਤੋਂ ਅਗਿਆਤ ਹੈ ਕਿ ਵੱਡੀ ਉਮਰ ਦੇ ਕਰਕੇ ਕਦੇ ਜੀਵਨ ਨੂੰ ਸਫਲਾ ਨਹੀਂ ਬਣਾਇਆ ਜਾ ਸਕਦਾ। ਹਜੂਰ ਇਹ ਵਚਨ ਕਰ ਰਹੇ ਸਨ, ਤੇ ਉਹਦੇ ਚੇਲੇ ਸੁਣ ਕਰਕੇ ਬੜੇ ਹੈਰਾਨ ਹੋਏ, ਤੇ ਜਾ ਕੇ ਆਪਣੇ ਗੁਰੂ ਉਹ ਯੋਗੀ ਨੂੰ ਉਹਨਾਂ ਨੇ ਦੱਸਿਆ। ਮਨ ਦੇ ਵਿੱਚ ਫਿਰ ਚਾਹਤ ਆਈ ਕਿ ਮੈਂ ਜਾ ਕਰਕੇ ਦਰਸ਼ਨ ਤਾਂ ਕਰਕੇ ਆਵਾਂ। ਨਿਸ਼ਚੇ ਕਰਕੇ ਉਹ ਵੀ ਜਾਣਦਾ ਸੀ ਕਿ ਮੇਰੀ ਇੰਨੀ ਵੱਡੀ ਉਮਰ ਹੈ। ਤੇ ਸਾਧ ਸੰਗਤ ਜਦੋਂ ਆਇਆ, ਡੰਗੋਰੀ ਦੇ ਨਾਲ ਤੁਰਦਾ ਹੋਇਆ ਆਇਆ, ਸ਼ਾਮ ਦਾ ਵਕਤ ਸੀ,
ਸਤਿਗੁਰੂ ਜੀ ਦੇ ਹਜ਼ੂਰ ਰਹਿਰਾਜ ਸਾਹਿਬ ਸਿੰਘ ਗੁਰਬਾਣੀ ਦਾ ਜਾਪ ਕਰ ਰਹੇ। ਜਦੋਂ ਸਮਾਪਤੀ ਹੋਈ ਤੇ ਸਤਿਗੁਰੂ ਜੀ ਨੇ ਬੜੇ ਪ੍ਰੇਮ ਤੇ ਅਦਬ ਦੇ ਨਾਲ ਬਿਠਾਇਆ ਕਿ ਆਓ ਜੋਗੀ ਜੀ ਆਓ ਬੈਠ ਜਾਵੋ। ਜਦੋਂ ਬੈਠ ਗਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਮਸਕਾਰ ਕੀਤੀ, ਕਹਿਣ ਲੱਗਾ, ਹੈ ਸਤਿਗੁਰੂ ਜੀ, ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਸ਼ਕਤੀ ਦਾ ਬਲ ਕਿਵੇਂ ਪ੍ਰਾਪਤ ਹੋਇਆ? ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਮੁਸਕਰਾ ਕੇ ਬਚਨ ਕੀਤਾ, ਹੈ ਜੋਗੀ ਜੀ, ਤੁਸਾਂ ਨੇ ਸਰੀਰ ਰੂਪੀ ਗੋਦੜਾ ਉਹ ਹੀ ਰੱਖਿਆ, ਆਸਾਂ ਨੇ ਸਰੀਰ ਰੂਪੀ ਗੋਦੜਾ ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਰੀਰ ਰੂਪੀ ਚੋਲਾ ਬਦਲ ਦੇਣਾ ਕੀਤਾ। ਬਸ ਇੰਨਾ ਹੀ ਫਰਕ ਹੈ ਤੁਹਾਡੇ ਮਨ ਵਿੱਚ ਲੰਮੇਰੀ ਉਮਰ ਦਾ, ਕਿ ਮੇਰੀ ਉਮਰ ਬੜੀ ਵੱਡੀ ਹੈ, ਇਹਦਾ ਹੰਕਾਰ ਹੈ। ਤੇ ਕਹਿਣ ਲੱਗਾ, ਮਹਾਰਾਜ ਫਿਰ ਮੈਨੂੰ ਉਪਦੇਸ਼ ਦੇਵੋ, ਮੇਰਾ ਜੀਵਨ ਕਿਰਤਾਰਥ ਹੋ ਜਾਵੇ। ਸਤਿਗੁਰੂ ਜੀ ਕਹਿੰਦੇ ਸਾਧਨ ਤੇ ਪਹਿਲਾਂ ਹੀ ਸਾਧਦਾ ਪਿਆ, ਪਰਮੇਸ਼ਰ ਦਾ ਭਜਨ ਕਰ, ਹੰਕਾਰ ਛੱਡ, ਨਿਮਰਤਾ ਵਿੱਚ ਹੋ ਕੇ ਵਾਹਿਗੁਰੂ ਨੂੰ ਯਾਦ ਕਰ, ਤੇਰੀ ਕਲਿਆਣ ਹੋ ਜਾਵੇਗੀ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ ਕਿ ਵਾਹਿਗੁਰੂ ਦੇ ਸਿਮਰਨ ਕੀਤੇ ਤੋਂ ਬਿਨਾਂ ਭਾਵੇਂ ਜਿਤਨੀ ਮਰਜ਼ੀ ਵਡੇਰੀ ਉਮਰ ਹੋਵੇ ਸਾਂ, ਕਿਸੇ ਲੇਖੇ ਵਿੱਚ ਨਹੀਂ ਹੈ, ਮਨੁੱਖ ਮੁਕਤ ਨਹੀਂ ਹੋ ਸਕਦਾ। ਸੰਸਾਰ ਦੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਨੂੰ ਪਾ ਕੇ ਜਗਤ ਤੋਂ ਆਪਣੀ ਜੈ ਜੈਕਾਰ ਕਰਵਾ ਲਵੇਗਾ, ਜਾਂ ਫਿਰ ਬੜੀ ਆਓ ਭਗਤੀ ਕਰਵਾ ਲਵੇਗਾ। ਸੰਸਾਰ ਦੇ ਲੋਕਾਂ ਨੂੰ ਕਰਾਮਾਤਾਂ ਦਿਖਾ ਦਿਖਾ ਕੇ ਪਰ ਜੀਵਨ ਨੂੰ ਮੁਕਤ ਨਹੀਂ ਪ੍ਰਾਪਤ ਹੋ ਸਕਦੀ। ਸੋ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਰਮਾਨ ਕਰਦੇ ਹਨ, ਜੇ ਜੁਗ ਚਾਰੇ ਆਰਜਾ। ਹਜ਼ੂਰ ਕਹਿੰਦੇ ਹਨ, ਇਹ ਸਿੱਧੋ ਭਾਵੇਂ 4 ਯੁੱਗਾਂ ਜਿੰਨੀ ਵੀ ਕਿਸੇ ਦੀ ਉਮਰ ਹੋ ਜਾਵੇ, ਹੋਰ ਦਸੂਣੀ ਹੋਏ, ਫੇਰ ਹੋਰ ਵੀ 10 ਗੁਣਾ ਵੱਧ ਭਾਵੇਂ ਕਿਸੇ ਦੀ ਉਮਰ ਹੋ ਜਾਣਾ ਕਰੇ, ਨਵਾਂ ਖੰਡਾ ਵਿੱਚ ਜਾਣੀਐ, ਫਿਰ 9ਵਾਂ ਖੰਡਾਂ ਦੇ ਵਿੱਚ ਉਹ ਜਾਣਿਆ ਜਾਵੇ। ਭਾਵ ਹਰ ਇੱਕ ਖੰਡ ਦੇ ਵਿੱਚ ਪ੍ਰਤਾਪ ਹੋਵੇ। ਜਿਵੇਂ ਇਹ ਭਾਰਤ ਖੰਡ ਹੈ ਨਾ, ਇਸੇ ਪ੍ਰਕਾਰ 8 ਹੋਰ ਖੰਡ ਹਨ। ਇਉਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, 9ਵਾਂ ਖੰਡਾਂ ਦੇ ਵਿੱਚ ਭਾਵੇਂ ਇੰਨੇ ਪ੍ਰਤਾਪ ਕਰਕੇ ਜਾਣਿਆ ਜਾਵੇ। ਜਿਵੇਂ ਭਾਰਤ ਖੰਡ ਦੇ ਵਿੱਚ ਪ੍ਰਤਾਪ ਹੈ, ਫਿਰ ਹੋਰ ਦੂਸਰੇ ਖੰਡਾਂ ਦੇ ਵਿੱਚ ਵੀ ਪ੍ਰਤਾਪ ਹੋਵੇ, ਸਭ ਥਾਵਾਂ ਤੇ ਜਾਣਿਆ ਜਾਂਦਾ ਹੋਵੇ। ਨਵਾਂ ਖੰਡਾਂ ਵਿੱਚ ਜਾਣੀ ਹੈ, ਕੋਈ ਵੀ ਐਸਾ ਖੰਡ ਨਾ ਹੋਵੇ, ਕੋਈ ਵੀ ਐਸੀ ਥਾਂ ਨਾ ਹੋਵੇ ਜਿੱਥੇ ਉਹਦਾ ਨਾਮ ਨਾ ਕੋਈ ਜਾਣਦਾ ਹੋਵੇ। ਭਾਵ ਰਿੱਧੀਆਂ ਸਿੱਧੀਆਂ ਦੇ ਬਲ ਕਰਕੇ, ਇਹ ਕਰਾਮਾਤਾਂ ਦੇ ਸ਼ਕਤੀਆਂ ਦੇ ਕਰਕੇ ਭਾਵੇਂ 9 ਖੰਡਾਂ ਦੇ ਵਿੱਚ ਜਾਣਿਆ ਜਾਂਦਾ ਹੋਵੇ। ਨਾਲ ਚੱਲੇ ਸਭ ਕੋਏ, ਜਿਸ ਥਾਂ ਤੇ ਵੀ ਕਿਸੇ ਥਾਂ ਤੇ ਜਾਣਾ ਹੋਵੇ ਤੇ ਨਾਲ ਨਾਲ ਬੜੇ ਲੋਕ ਉਹਦੇ ਚੱਲਦੇ ਨੇ। ਭਾਵੇਂ ਬਹੁਤ ਸਾਰੇ ਲੋਕ ਉਹਦੀ ਜੈ ਜੈਕਾਰ ਕਰਨ ਦੇ ਵਾਸਤੇ ਨਾਲ ਚੱਲਣ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਕਿਸੇ ਜਾਣਾ ਹੋਵੇ, ਲੋਕ ਇੰਨੇ ਜ਼ਿਆਦਾ ਉਹਦੇ ਗੁਣ ਗਾਉਣ ਵਾਲੇ ਹੋਣ, ਇੰਨੇ ਜ਼ਿਆਦਾ ਉਹਦਾ ਸਤਿਕਾਰ ਕਰਨ ਵਾਲੇ ਹੋਣ ਕਿ ਸਤਿਕਾਰ ਮਾਣ ਦੇ ਵਜੋਂ ਕਿੰਨੀ ਕਿੰਨੀ ਦੂਰ ਤੱਕ ਉਹਦੇ ਨਾਲ ਚੱਲ ਕਰਕੇ ਜਾਵਣ। ਚੰਗਾ ਨਾਉ ਰਖਾਏ ਕੈ, ਫੇਰ ਜਗਤ ਅੰਦਰ ਭਾਵੇਂ ਆਪਣਾ ਨਾਮ ਚੰਗਾ ਵੀ ਰਖਾ ਲਵੇ ਸਾਂ। ਜਿਵੇਂ ਕਿੰਨੇ ਕਿੰਨੇ ਪੀਰ ਪੈਗੰਬਰ ਅਵਤਾਰ ਔਲੀਏ ਹੋਏ ਆ, ਕੋਈ ਆਪਣਾ ਭਾਵੇਂ ਚੰਗਾ ਨਾਮ ਵੀ ਰਖਾ ਲਵੇ, ਉੱਚ ਕੋਟੀ ਦਾ ਨਾਮ ਬੜਾ ਪ੍ਰਸਿੱਧ ਮੰਨਿਆ ਪਰ ਮੰਨਿਆ ਕੋਈ ਨਾਮ ਵੀ ਭਾਵੇਂ ਰਖਾ ਲੈਣਾ ਕਰੇ। ਜਸ ਕੀਰਤ ਜਗ ਲੇ, ਤੇ ਸੰਸਾਰ ਦੇ ਅੰਦਰ ਸੰਸਾਰ ਜਿਤਨੇ ਵੀ ਜੀਵ ਹੈ ਨਾ, ਸਾਰੇ ਉਹਦੀ ਕੀਰਤੀ ਕਰਦੇ ਹੋਣ। ਜਗਤ ਦੇ ਅੰਦਰ ਬਹੁਤਾਂ ਨੂੰ ਜਸ ਪ੍ਰਾਪਤ ਹੁੰਦਾ ਹੋਵੇ, ਸਾਰੇ ਲੋਕ ਉਹਦੇ ਕੀਰਤੀ ਕਰਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਵੇਂ ਸਭ ਪ੍ਰਕਾਰ ਉਹਦਾ ਜਸ ਹੁੰਦਾ ਹੋਵੇ, ਜੇ ਤਿਸ ਨਦਰ ਨਾ ਆਵਈ। ਪਰ ਜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਨਜ਼ਰ ਵਿੱਚ ਨਹੀਂ ਆਵੰਦਾ, ਜੇ ਪਰਮਾਤਮਾ ਦੀ ਬਖਸ਼ਿਸ਼ ਤੋਂ ਵਾਂਝਾ ਰਹਿੰਦਾ ਹੈ, ਤਾਂ ਬਾਤ ਨਾ ਪੁੱਛੈ ਕੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਬਾਤ ਨਹੀਂ ਪੁੱਛਦਾ। ਜਿਹੜੇ ਨਾਲ ਝੁਕ ਕਰਕੇ ਜਾਂਦੇ ਆ ਨਾ, ਬੜੇ ਨਿਮਰਤਾਵਾਨ ਹੋ ਕੇ ਮਾਣ ਸਤਿਕਾਰ ਕਰਨ ਦੇ ਵਾਸਤੇ, ਕਿ ਸਾਡੇ ਇਹ ਇਉਂ ਬੜੇ ਸਤਿਕਾਰ ਦੇ ਵਾਸਤੇ ਚੱਲਦੇ ਹਨ ਕਿ ਇਹ ਜੋਗੀ ਜੀ ਹਨ। ਕੋਈ ਪ੍ਰਸਿੱਧ ਨਾਮ ਲੈ ਕਰਕੇ ਉਹਨਾਂ ਨੂੰ ਯਾਦ ਕਰਦੇ ਕਿ ਬੜੇ ਕਰਾਮਾਤੀ ਸਾਡੇ ਇਹ ਪੀਰ ਹਨ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਤਾਂ ਬਾਤ ਨਾ ਪੁੱਛੈ ਕਿ, ਕੋਈ ਬਾਤ ਨਹੀਂ ਪੁੱਛਦਾ ਅੰਤ ਸਮੇਂ।
ਕੇਵਲ 4 ਦਿਨ ਸੰਸਾਰ ਦੇ ਅੰਦਰ ਸਵਾਰਥ ਵਾਸਤੇ ਲੋਕ ਨੇੜੇ ਢੋਕ ਕਰਕੇ ਬੈਠ ਜਾਂਦੇ ਹੈ, ਕਰਾਂ ਮਾਤਾ ਦੇ ਪ੍ਰਸੰਨ ਹੋ ਕਰਕੇ ਆਓ ਭਗਤੀ ਕਰਦੇ ਹੈ, ਪਰ ਅੰਤ ਸਮੇਂ ਕੋਈ ਸਹਾਇਕ ਨਹੀਂ ਹੁੰਦਾ, ਕੋਈ ਬਾਤ ਨਹੀਂ ਪੁੱਛਦਾ। ਕਿਉਂਕਿ ਸਾਧ ਸੰਗਤ ਜੀ, ਜਗਤ ਦਾ ਇਹ ਦੁਨੀਆ ਦੀ ਜਿਤਨੀ ਵਡਿਆਈ ਹੈ ਕੇਵਲ ਦੁਨੀਆ ਤੱਕ ਸੀਮਤ ਹੈ। ਜਗਤ ਦਾ ਜਿਤਨਾ ਵੀ ਜਸ ਹੈ ਕੇਵਲ ਜਗਤ ਤੱਕ ਸੀਮਤ ਹੈ। ਪਰਮੇਸ਼ਰ ਦੇ ਦਰ ਤੇ ਜੋ ਪ੍ਰਵਾਨਗੀ ਹੈ ਉਹ ਪਰਮੇਸ਼ਰ ਦਾ ਜਸ ਕਰਨੇ ਕਰਕੇ ਹੀ ਜੀਵ ਨੂੰ ਪ੍ਰਾਪਤ ਹੁੰਦੀ ਹੈ। ਪਰ ਇਸ ਗੱਲੋਂ ਅਗਿਆਤ ਹੋਣੇ ਕਰਕੇ ਸਤਿਗੁਰੂ ਜੀ ਨੇ ਫਰਮਾਨ ਕੀਤਾ, ਜੇ ਪ੍ਰਮਾਤਮਾ ਦੀ ਨਜ਼ਰ ਤੋਂ ਇਹ ਜੀਵ ਵਾਂਝਾ ਰਹਿ ਜਾਵੇ ਤੇ ਹਜ਼ੂਰ ਕਹਿਣ ਲੱਗੇ ਤਾਂ ਬਾਤ ਨਾ ਪੁੱਛੈ ਕਿ ਕੋਈ ਬਾਤ ਨਹੀਂ ਪੁੱਛਦਾ। ਤੇ ਪਰਮੇਸ਼ਰ ਦੀ ਕਿਰਪਾ ਦੀ ਨਜ਼ਰ ਕਿਵੇਂ ਹੁੰਦੀ ਹੈ? ਸਾਧ ਸੰਗਤ ਜੀ, ਪਹਿਲਾਂ ਯੋਗ ਬਣਨਾ ਪੈਂਦਾ ਹੈ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ ਨਾ, ਉਂਦਾ ਭਾਂਡਾ ਟਿਕੈ ਨਾ ਕੋਈ, ਕਿ ਮੁੱਦੇ ਹੋਏ ਭਾਂਡੇ ਦੇ ਵਿੱਚ ਭਲਾ ਕੋਈ ਪਦਾਰਥ ਪਾਈਏ ਤੇ ਟਿਕ ਸਕਦਾ? ਪੈਂਦਾ ਹੀ ਨਹੀਂ। ਭਾਂਡਾ ਸਿੱਧਾ ਕਰਕੇ ਰੱਖਿਆ ਹੋਵੇ ਤੇ ਉਸ ਦੇ ਵਿੱਚ ਪਦਾਰਥ ਕੋਈ ਵਸਤੂ ਪਾਈ ਜਾਵੇ ਫਿਰ ਟਿਕਦੀ ਹੈ, ਤਾਂ ਹੀ ਕੋਈ ਵਸਤੂ ਪੈਂਦੀ ਹੈ। ਜੇ ਪਰਮਾਤਮਾ ਦੀ ਕਿਰਪਾ ਦੀ ਨਜ਼ਰ ਬਖਸ਼ਿਸ਼ ਰੂਪੀ ਵਸਤੂ ਹਿਰਦੇ ਰੂਪ ਭਾਂਡੇ ਵਿੱਚ ਪਾਉਣੀ ਹੋਵੇ ਤੇ ਪਹਿਲਾਂ ਸਿੱਧਾ ਕਰਨਾ ਪੈਂਦਾ ਹੈ, ਯੋਗ ਬਣਾਉਣਾ ਪੈਂਦਾ ਹੈ, ਪਾਤਰ ਬਣਨਾ ਪੈਂਦਾ ਹੈ, ਤਾਂ ਪਰਮੇਸ਼ਰ ਦੀ ਨਜ਼ਰ ਹੁੰਦੀ ਹੈ। ਤੇ ਹਜ਼ੂਰ ਕਹਿੰਦੇ ਹਨ, ਜੇ ਐਸੀ ਵਾਹਿਗੁਰੂ ਦੀ ਕਿਰਪਾ ਦੀ ਨਜ਼ਰ ਤੋਂ ਵਾਂਝੇ ਰਹਿ ਗਏ ਤੇ ਫਿਰ ਕੋਈ ਬਾਤ ਨਹੀਂ ਪੁੱਛਣ ਵਾਲਾ, ਕੋਈ ਵੀ ਸਹਾਇਕ ਹੋਣ ਵਾਲਾ ਨਹੀਂ ਹੈ। ਕੀਟਾ ਅੰਦਰ ਕੀਟ ਕਰ। ਫਿਰ ਉਹ ਜੀਵ ਦੀ ਹਾਲਤ ਕਿਦਾਂ ਦੀ ਹੁੰਦੀ ਹੈ? ਜੋ ਸ਼ਕਤੀਆਂ ਦੇ ਬਲ ਕਰਕੇ ਬੜਾ ਆਪਣਾ ਪ੍ਰਤਾਪ ਦਿਖਾਉਂਦਾ, ਜਗਤ ਦੇ ਲੋਕਾਂ ਅੰਦਰ ਬਹੁਤ ਕਹਿੰਦਾ ਕਿ ਮੇਰਾ ਪ੍ਰਤਾਪ ਹੈ, ਤਨਕ ਮਾਤਰ ਕਰਾਂ ਮਾਤਾਂ ਦਿਖਾ ਕੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਹੇ ਸਿੱਧੋ, ਕੀਟਾ ਅੰਦਰ ਕੀਟ ਕਰ। ਕੀੜਿਆਂ ਦੇ ਵਿੱਚੋਂ ਵੀ ਨਖਿੱਧ ਕੀੜੇ, ਜਿਹੜੇ ਗੰਦਗੀ ਦੇ ਕੀੜੇ ਆ ਨਾ, ਉਹ ਬਣਾਏ ਜਾਂਦੇ ਆ, ਜਿਹੜੇ ਬੜਾ ਆਪਣਾ ਜਗਤ ਦੇ ਲੋਕਾਂ ਨੂੰ ਪ੍ਰਤਾਪ ਦਿਖਾ ਕਰਕੇ ਤੇ ਆਪ ਹੀ ਰੱਬ ਬਣ ਕਰਕੇ ਬੈਠ ਜਾਂਦੇ ਆ। ਤੇ ਸਾਧ ਸੰਗਤ ਜੀ, ਕੀੜਿਆਂ ਦੇ ਵਿੱਚ ਜਿਵੇਂ ਕੁੱਤੇ ਦੇ ਸਾਧ ਸੰਗਤ ਜੀ ਸਿਰ ਦੇ ਵਿੱਚ ਕੀੜੇ ਪੈ ਜਾਣ, ਹੋਰ ਸਰੀਰ ਦੇ ਕਿਸੇ ਅੰਗ ਤੇ ਕੋਈ ਗਲ ਜਾਵੇ ਕੀੜੇ ਪੈ ਜਾਂਦੇ ਆ। ਤੇ ਉਹ ਰੱਬ ਨੇ, ਪਰਮਾਤਮਾ ਨੇ ਐਸੀ ਉਹਦੀ ਜ਼ੁਬਾਨ ਦੇ ਵਿੱਚ ਸਾਧ ਸੰਗਤ ਜੀ ਇਹ ਸ਼ਕਤੀ ਭਰੀ ਹੋਈ ਹੈ, ਜਦੋਂ ਚੱਟਦਾ ਹੈ ਤੇ ਉਹ ਜ਼ਖਮ ਠੀਕ ਹੋ ਜਾਂਦਾ, ਉਹ ਸਹੀ ਹੋ ਜਾਂਦਾ ਹੈ। ਪਰ ਜਦੋਂ ਉਹਦੇ ਮੱਥੇ ਦੇ ਵਿੱਚ ਗਾਲਾ ਪੈ ਜਾਂਦਾ ਨਾ, ਗਲ ਜਾਵੇ, ਕੀੜੇ ਪੈ ਜਾਣ, ਉੱਥੇ ਜ਼ੁਬਾਨ ਪਹੁੰਚਦੀ ਨਹੀਂ ਹੈ। ਤੇ ਸਾਧ ਸੰਗਤ ਜੀ, ਹਰ ਕੋਈ ਫਿਰ ਦੋਸ਼ ਧਾਰਨ ਕਰਦਾ, ਦੋਸ਼ੀ ਦੋਸ਼ ਧਰੇ। ਜਿਹੜੇ ਦੋਸ਼ੀ ਕੌਣ? ਕੌੜੀ ਜੀਵ ਹੈ। ਕੋੜੀ ਵੀ ਕਹਿੰਦੇ ਕਿ ਕੁੱਤੇ ਦੇ ਕੋਲੋਂ ਬਦਬੂ ਆਉਂਦੀ ਹੈ, ਆਪ ਭਾਵੇਂ ਕੋੜ ਦੇ ਨਾਲ ਭਰੇ ਹੁੰਦੇ ਹੈ। ਕੋਈ ਕੋੜੀ ਬੰਦਾ ਭਾਵੇਂ ਆਪ ਕੋੜ ਦੇ ਨਾਲ ਸਰੀਰ ਦੇ ਵਿੱਚੋਂ ਪਾਕ ਵਗਦੀ ਹੋਵੇ, ਪਰ ਫਿਰ ਵੀ ਉਹਦੇ ਵਿੱਚ ਦੋਸ਼ ਧਾਰਨ ਕਰਦਾ ਹੈ, ਇਹ ਕੁੱਤਾ ਗਲਿਆ ਹੋਇਆ, ਇਹਦੇ ਵਿੱਚੋਂ ਬਦਬੂ ਆ ਰਹੀ, ਕੀੜੇ ਪਏ ਹੋਏ ਹੈ। ਆਪਣੇ ਸਰੀਰ ਦੇ ਨਾਲੋਂ ਵੱਧ ਕਰਕੇ ਉਹਦੇ ਵਿੱਚ ਦੋਸ਼ ਧਾਰਨ ਕਰਦਾ ਹੈ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਵਚਨ ਕੀਤੇ ਹਨ, ਦੋਸ਼ੀ ਦੋਸ਼ ਧਰੇ। ਕਹਿੰਦੇ ਹਨ, ਇਹ ਕੀੜਿਆਂ ਦੇ ਵਿੱਚੋਂ ਜਿਹੜੇ ਨਖਿੱਧ ਕੀੜੇ ਹੈ, ਸਾਧ ਸੰਗਤ ਜੀ, ਕੀਟਾਂ ਵਿੱਚੋਂ ਕੀਟ ਜਿਹੜਾ ਹੈ ਜ਼ਹਿਰੀਲਾ ਸੱਪ ਮੰਨਿਆ ਜਾਂਦਾ ਹੈ। ਹਜ਼ੂਰ ਕਹਿੰਦੇ ਹਨ, ਭਾਵੇਂ ਬਹੁਤ ਸਾਰੀ ਵਿਦਿਆ ਪੜ੍ਹੀ ਹੋਵੇ, ਭਾਵੇਂ ਜਗਤ ਦੀਆਂ ਸ਼ਕਤੀਆਂ ਨੂੰ, ਕਰਾਮਾਤਾਂ ਨੂੰ ਧਾਰਨ ਕੀਤਾ ਹੋਵੇ, ਪਰ ਅੰਤ ਸਮੇਂ ਜੇ ਪਰਮੇਸ਼ਰ ਦੀ ਕਿਰਪਾ ਦੀ ਨਜ਼ਰ ਤੋਂ ਵਾਂਝਾ ਰਹਿ ਜਾਂਦਾ ਹੈ, ਫਿਰ ਐਸੀਆਂ ਨਖਿੱਧ ਕੀੜਿਆਂ ਦੀਆਂ ਜੂਨਾਂ ਦੇ ਵੀ, ਸੱਪਾਂ ਦੀਆਂ ਜੂਨਾਂ ਵਿੱਚ ਹੀ ਭਟਕਦਾ ਰਹਿੰਦਾ ਹੈ। ਜਿਵੇਂ ਇਤਿਹਾਸ ਵਿੱਚ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸਾਖੀ ਆਉਂਦੀ ਹੈ। ਜਦੋਂ ਲਧਾਈ ਕੇ ਨਗਰ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਗਏ ਹੈ, ਇੱਥੇ ਬਹੁਤ ਭਾਰੀ ਫਨ ਵਾਲਾ ਫਨੀਰ ਸੱਪ ਅੱਗੋਂ ਫੁੰਕਾਰੇ ਮਾਰਦਾ ਹੋਇਆ ਆ ਰਿਹਾ ਹੈ। ਬਾਬਾ ਵਿਧੀ ਚੰਦ ਜੀ ਆਦਿਕ ਮੁਖੀ ਸਿੱਖ ਸਤਿਗੁਰੂ ਜੀ ਦੇ ਨਾਲ ਤੁਰੇ ਜਾ ਰਹੇ ਨੇ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭਾਈ ਵਿਧੀ ਚੰਦ ਜੀ ਨੇ ਬੇਨਤੀ ਕੀਤੀ, ਹੇ ਮਹਾਰਾਜ, ਬੜਾ ਜ਼ਹਿਰੀਲਾ ਤੇ ਭਾਰੀ ਫਨ ਵਾਲਾ ਸੱਪ ਅੱਗੋਂ ਆ ਰਿਹਾ ਹੈ, ਆਪ ਜੀ ਮਹਾਰਾਜ ਆਗਿਆ ਦੇਵੋ ਤੇ ਸੱਪ ਨੂੰ ਪਿੱਛੇ ਹਟਾ ਦਈਏ। ਤੇ ਸਤਿਗੁਰੂ ਜੀ ਨੇ ਵਚਨ ਕੀਤਾ, ਨਹੀਂ ਭਾਈ, ਸ਼ਰਨ ਵਿੱਚ ਆ ਰਿਹਾ ਹੈ, ਇਹਨੂੰ ਆਉਣ ਦਿਓ, ਇਹਦੀ ਕਲਿਆਣ ਕਰਨੀ ਹੈ। ਐਸੇ ਮਹਾਰਾਜ ਸੱਚੇ ਪਾਤਸ਼ਾਹ ਕਲਿਆਣਕਾਰੀ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹਨ। ਹਜ਼ੂਰ ਕਹਿਣ ਲੱਗੇ, ਨਹੀਂ ਭਾਈ ਸਿੱਖੋ, ਇਹਦੀ ਕਲਿਆਣ ਕਰਨੀ, ਆਉਣ ਦਿਓ ਇਸ ਨੂੰ। ਜਦੋਂ ਨੇੜੇ ਆਇਆ
ਤੇ ਸਤਿਗੁਰੂ ਜੀ ਨੇ ਆਪਣਾ ਪਵਿੱਤਰ ਚਰਨ ਉਹ ਸਾਧ ਸੰਗਤ ਤੋਂ ਸੱਪ ਦੇ ਨਾਲ ਛੁਹਾਇਆ। ਉਸੇ ਸਮੇਂ ਉਹ ਸਾਰਾ ਹੀ ਉਹਦਾ ਸਰੀਰ ਜਿਹੜਾ ਸੀ ਫਟ ਗਿਆ ਤੇ ਵਿੱਚੋਂ ਪ੍ਰਕਾਸ਼ ਵਾਲੀ ਦੇਹੀ ਨਿਕਲੀ। ਉਹ ਸਰੀਰ ਦੇ ਉਹਦੇ ਵੀ ਸੱਪ ਦੇ ਸਰੀਰ ਦੇ ਵਿੱਚ ਕੀੜੇ ਪਏ ਹੋਏ ਸਨ, ਉਹ ਸੱਪ ਦਾ ਮਾਸ ਖਾਂਦੇ ਪਏ ਸਨ। ਜਦੋਂ ਸਰੀਰ ਸਾਰਾ ਹੀ ਫੁੱਟ ਗਿਆ, ਵਿੱਚੋਂ ਪ੍ਰਕਾਸ਼ ਵਾਲੀ ਦੇਹੀ ਨਿਕਲੀ ਤੇ ਸਿੱਖ ਬੇਨਤੀ ਕਰਨ ਲੱਗੇ, ਮਹਾਰਾਜ ਜੀ ਕੀ ਕੌਤਕ ਹੈ। ਹਜੂਰ ਨੇ ਬਚਨ ਕੀਤਾ, ਇਹ ਆਪ ਹੀ ਤੁਹਾਨੂੰ ਦੱਸੇਗਾ ਕਿ ਕੌਣ ਹਾਂ। ਉਹ ਪ੍ਰਕਾਸ਼ ਵਾਲੀ ਦੇਹੀ ਦੇ ਵਿੱਚੋਂ ਆਵਾਜ਼ ਆਈ। ਜਦੋਂ ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਭਾਈ ਤੂੰ ਦੱਸ ਕੌਣ ਹੈ, ਕਹਿਣ ਲੱਗਾ, ਹੈ ਮਹਾਰਾਜ ਮੈਂ ਬਹੁਤ ਵੱਡਾ ਵਿਦਵਾਨ ਸੀਗਾ ਮਹਾਰਾਜ, ਪਰ ਮੈਂ ਕੋਈ ਜਪ ਤਪ ਨਹੀਂ ਸੀ ਕਰਦਾ, ਪਰਮੇਸ਼ਰ ਦਾ ਭਜਨ ਨਹੀਂ ਸੀ ਕਰਦਾ, ਕਦੇ ਸਿਮਰਨ ਨਹੀਂ ਸੀ ਕਰਦਾ। ਵਿਦਵਾਨ ਬਹੁਤ ਵੱਡਾ ਸਾਂ, ਬਹੁਤ ਸਾਰੇ ਗ੍ਰੰਥ ਪੜ੍ਹੇ ਹੋਏ ਸਨ। ਉਹ ਵਿਦਵਤਾ ਕਰਕੇ ਜਗਤ ਦੇ ਲੋਕ ਮੇਰਾ ਬੜਾ ਮਾਣ ਕਰਿਆ ਕਰਦੇ, ਬਹੁਤ ਸਤਿਕਾਰ ਕਰਦੇ ਸਨ, ਪਰ ਮਹਾਰਾਜ ਮੈਂ ਕਦੇ ਭਜਨ ਸਿਮਰਨ ਨਹੀਂ ਕੀਤਾ। ਤੇ ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਮੈਨੂੰ ਲਿਆ ਕਰਕੇ ਅਰਪਣ ਕਰਿਆ ਕਰਦੇ ਕਿ ਕਿੰਨਾ ਵੱਡਾ ਵਿਦਵਾਨ ਹੈ, ਕਿੰਨਾ ਗਿਆਨ ਹੈ ਇਸ ਕੋਲ। ਤੇ ਫਿਰ ਚੰਗੇ ਚੰਗੇ ਉਪਹਾਰ, ਚੰਗੇ ਚੰਗੇ ਪਦਾਰਥ, ਸਵਾਦਿਸ਼ਟ ਪਦਾਰਥ ਮੈਨੂੰ ਬਣਾ ਕਰਕੇ ਛਕਾਇਆ ਕਰਦੇ, ਪਰ ਮੈਂ ਉਹਨਾਂ ਦੇ ਵੰਡੇ ਦਾ ਕਦੇ ਭਜਨ ਨਹੀਂ ਉਹਨਾਂ ਦੇ ਨਾਮ ਦਾ ਕੀਤਾ। ਸੋ ਇਸ ਲਈ ਮਹਾਰਾਜ ਆਪ ਦੇ ਬਚਨਾਂ ਅਨੁਸਾਰ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵਲ ਵਲ ਅਵਤਰੈ। ਇਹ ਬਚਨਾਂ ਦੇ ਆਧਾਰ ਤੇ ਮਹਾਰਾਜ ਮੈਨੂੰ ਫਿਰ ਸੱਪ ਦੀ ਜੋਨ ਪ੍ਰਾਪਤ ਹੋਈ ਹੈ। ਬਾਰ ਬਾਰ ਵਲ ਵਲ ਇੱਕ ਨਹੀਂ, ਫਿਰ ਪਤਾ ਨਹੀਂ ਕਿੰਨੇ ਕੁ ਸਮੇਂ ਦਾ ਮਹਾਰਾਜ ਮੈਂ ਸੱਪਾਂ ਦੀਆਂ ਜੂਨਾਂ ਵਿੱਚ ਹੀ ਭਟਕਦਾ ਫਿਰ ਰਿਹਾ। ਹੁਣ ਮਹਾਰਾਜ ਆਪ ਨੇ ਕਿਰਪਾ ਕੀਤੀ ਹੈ। ਇਹ ਫਿਰ ਮਹਾਰਾਜ ਜੋ ਮੈਂ ਜਿਹੜੇ ਮੇਰੇ ਚੇਲੇ ਸਨ ਜਿਨ੍ਹਾਂ ਨੇ ਮੇਰਾ ਧਿਆਨ ਧਾਰਨ ਕੀਤਾ ਸੀ, ਮੈਨੂੰ ਬੜਾ ਵੱਡਾ ਵਿਦਵਾਨ ਜਾਣ ਕੇ ਕਿ ਇਹਦੇ ਕੋਲ ਗਿਆਨ ਬੜਾ ਵੱਡਾ ਗਿਆਨਵਾਨ ਹੈ। ਤੇ ਮਹਾਰਾਜ ਮੈਂ ਉਹਨਾਂ ਦੇ ਪਕਵਾਨ ਛਕਦਾ ਸਾਂ ਤੇ ਉਹ ਮੇਰੇ ਸਰੀਰ ਦੇ ਵਿੱਚ ਆ ਕੇ ਕੀੜੇ ਬਣ ਕਰਕੇ ਕੀੜੀਆਂ ਦੇ ਜੂਨਾਂ ਵਿੱਚ ਆ ਕੇ ਮੇਰੇ ਮਾਸ ਨੂੰ ਖਾਂਦੇ ਰਹੇ ਨੇ। हे ਮਹਾਰਾਜ ਹੁਣ ਆਪ ਨੇ ਕਿਰਪਾ ਕੀਤੀ ਔਰ ਮੇਰੀ ਕਲਿਆਣ ਹੋ ਜਾਵੇਗੀ। हे ਮਹਾਰਾਜ ਇਹਨਾਂ ਕੀੜਿਆਂ ਦਾ ਵੀ ਤੁਸੀਂ ਉਧਾਰ ਕਰ ਦੇਵੋ, ਕਿਉਂਕਿ ਆਪ ਜੀ ਨੇ ਕਲਿਆਣਕਾਰੀ ਸਰੂਪ ਜਗਤ ਅੰਦਰ ਪ੍ਰਗਟ ਕੀਤਾ ਹੈ। ਜਦੋਂ ਇਉਂ ਬੇਨਤੀ ਕੀਤੀ ਉਸ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਮੁਕਤ ਕੀਤਾ। ਸੋ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਨੇ, ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਤੇ ਸੱਪ ਦੇ ਵਿੱਚ ਵੀ ਹਰ ਕੋਈ ਦੋਸ਼ ਹੀ ਧਾਰਨ ਕਰਦਾ। ਜਦੋਂ ਸੱਪ ਦਿਖ ਜਾਵੇ ਤੇ ਕਿੱਦਾਂ ਤਰਬ ਕਰਕੇ ਲਾਂਭੇ ਹੋ ਜਾਂਦੇ, ਕਿਤੇ ਕੋਈ ਡੰਗ ਨਾ ਮਾਰ ਦੇਵੇ। ਕਿਉਂਕਿ ਸੱਪ ਨੂੰ ਭਾਵੇਂ ਕਹਿੰਦੇ ਦੁੱਧ ਪਿਆ ਲਓ, ਲੱਸੀ ਪਿਆ ਲਓ, ਪਰ ਆਪਣੀ ਜ਼ਹਿਰ ਤਾਂ ਨਹੀਂ ਨਾ ਛੱਡਦਾ, ਡੰਗ ਮਾਰਨਾ ਤਾਂ ਨਹੀਂ ਨਾ ਛੱਡਦਾ। ਇਸ ਲਈ ਇਹਦੇ ਅੰਦਰ ਵੀ ਦੋਸ਼ ਧਾਰਨ ਕੀਤਾ ਜਾਂਦਾ ਹੈ। ਸੋ ਇਸ ਪ੍ਰਕਾਰ ਹਜੂਰ ਕਹਿੰਦੇ ਹਨ ਕਿ ਐਸੀ ਹਾਲਤ ਹੋ ਜਾਂਦੀ ਹੈ, ਜਿਹੜਾ ਝੂਠਾ ਪ੍ਰਤਾਪ ਜਗਤ ਦੇ ਅੰਦਰ ਆਪਣਾ ਦਿਖਾਵਣਾ, ਕੋਈ ਭਜਨ ਸਿਮਰਨ ਨਾ ਕਰਨਾ, ਵਾਹਿਗੁਰੂ ਦੀ ਬੰਦਗੀ ਨਾ ਕਰਨੀ, ਉਵੇਂ ਜਗਤ ਦੇ ਲੋਕਾਂ ਤੋਂ ਤਰ੍ਹਾਂ ਤਰ੍ਹਾਂ ਦੇ ਪਕਵਾਨ ਲੈ ਕਰਕੇ ਛਕੀ ਜਾਣੇ ਤੇ ਫਿਰ ਉਹਦਾ ਲੇਖਾ ਤੇ ਦੇਣਾ ਹੀ ਪੈਣਾ। ਜਿਵੇਂ ਭਗਤ ਰਸਨਾ ਦੁਆਰਾ ਵੀ ਹਜੂਰ ਦੇ ਬਚਨ ਆਉਂਦੇ ਆ। ਭਗਤ ਕਬੀਰ ਸਾਹਿਬ ਜੀ ਨੇ ਇੱਕ ਸੰਨਿਆਸੀ ਨੂੰ ਬਹੁਤ ਸਮਝਾਇਆ ਸੀ, ਜੋ ਕਹਿੰਦਾ ਸੀ ਕਿ ਮੈਂ ਤਾਂ ਬ੍ਰਹਮੀ ਹਾਂ। ਭਗਤ ਕਬੀਰ ਸਾਹਿਬ ਜੀ ਨੇ ਕਿਹਾ ਕਿ ਭਜਨ ਬੰਦਗੀ ਵੀ ਉਹ ਕਰ ਲਿਆ ਕਰ, ਕਿੰਨੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਛਕਦਾ ਹੈ। ਤੇ ਕਹਿੰਦਾ ਨਹੀਂ ਨਹੀਂ, ਜਾ ਜਾ ਜੁਲਾਹਿਆ, ਇਹ ਤੁਹਾਡਾ ਕੰਮ ਹੈ ਭਜਨ ਕਰਨਾ। ਅਹੰ ਬ੍ਰਹਮ ਅਸਮੀ ਕਹਿੰਦਾ ਸੀ ਤਾਂ ਬ੍ਰਹਮ ਹਾਂ, ਸਾਨੂੰ ਭਜਨ ਕਰਨ ਦੀ ਕੀ ਲੋੜ ਹੈ, ਅਸੀਂ ਤਾਂ ਸੰਨਿਆਸੀ ਹਾਂ, ਉੱਚੇ ਮੱਤ ਵਾਲੇ ਆ, ਭਜਨ ਕਰਨ ਦੀ ਤਾਂ ਤੁਹਾਡੇ ਵਰਗੇ ਜੁਲਾਹਿਆਂ ਨੂੰ ਲੋੜ ਹੈ। ਜਦੋਂ ਇਹੋ ਆਖਿਆ ਤੇ ਨਿਮਰਤਾ ਦੇ ਪੁੰਜ ਭਗਤ ਕਬੀਰ ਸਾਹਿਬ ਦੀ ਚੁੱਪ ਕਰਕੇ ਚਲੇ ਗਏ। ਫਿਰ ਸਾਧ ਸੰਗਤ ਜਿਨ੍ਹਾਂ ਦੇ ਘਰ ਵਿੱਚ ਬੈਠ ਕੇ ਜੋ ਲੰਗਰ ਭਗਵਾਨ ਛਕਿਆ ਕਰਦਾ ਸੀ ਨਾ, ਜਦੋਂ ਉਹਦੀ ਮੌਤ ਹੋਈ ਨਾ ਸੰਨਿਆਸੀ ਦੀ, ਉਹਨਾਂ ਦੇ ਘਰ ਦੇ ਵਿੱਚ ਗਊ ਦਾ ਬੱਚਾ ਬਣ ਕੇ ਜਨਮਿਆ। ਜਦੋਂ ਵੱਡਾ ਹੋਇਆ ਤੇ ਜੱਟ ਨੇ ਜੋਣ ਦੇ ਵਾਸਤੇ ਜਦੋਂ ਸਾਧ ਸੰਗਤ ਖੇਤਾਂ ਵਿੱਚ ਖੜਿਆ ਤੇ ਉੱਥੇ ਤੁਰੇ ਹੀ ਨਾ, ਬਿਰਤੀ ਉੱਥੇ ਕਿ ਟਿਕੀ ਕਿ ਮੈਂ ਤਾਂ ਇਹਨਾਂ ਦਾ ਗੁਰੂ ਸੰਨਿਆਸੀ ਆ ਤੇ ਮੈਨੂੰ ਇੱਥੇ ਖੇਤਾਂ ਵਿੱਚ ਲੈ ਆਇਆ। ਉੱਥੇ ਕਿ ਜੇ ਬਿਰਤੀ ਟਿਕੀ ਹੈ, ਤੁਰਦਾ ਹੀ ਨਹੀਂ। ਤੇ ਉਹ ਹੱਥ ਵਿੱਚ ਫੜੀ ਹੋਈ ਸੋਟੀ ਜੱਟ ਨੇ ਮਾਰ ਮਾਰ ਕੇ ਚੰਮ ਉਧੇੜ ਦਿੱਤਾ। ਇੰਨੇ ਸਮੇਂ ਨੂੰ ਭਗਤ ਕਬੀਰ ਸਾਹਿਬ ਜੀ ਆ ਰਹੇ ਸਨ। ਪੁੱਛਿਆ, ਭਾਈ ਕੀ ਗੱਲ ਹੈ? ਹੋਰ ਵੀ ਬਹੁਤ ਸਾਰੇ ਲੋਕ ਇਕੱਠੇ ਹੋ ਗਏ। ਕਹਿਣ ਲੱਗੇ, ਮਹਾਰਾਜ हे ਭਗਤ ਜੀ, ਪਤਾ ਨਹੀਂ ਕੀ ਕਾਰਨ ਹੈ, ਇਹ
ਗਊ ਦਾ ਵੱਛਾ ਜਨਮਿਆ, ਹੁਣ ਵੱਡਾ ਹੋਇਆ, ਬਲਦ ਬਣਿਆ, ਇਹਨੂੰ ਜੋਣ ਵਾਸਤੇ ਲਿਆਂਦਾ, ਤੁਰਦਾ ਹੀ ਨਹੀਂ ਹੈ। ਤੇ ਭਗਤ ਕਬੀਰ ਸਾਹਿਬ ਜੀ ਅੰਤਰਜਾਮੀ ਸਨ, ਤਰਕਾਲਦਰਸ਼ੀ ਸਨ। ਦੇਖਿਆ ਉਹ ਹੋਏ ਤਾਂ ਉਹੀ ਸੰਨਿਆਸੀ ਜਿਹਨੂੰ ਸਮਝਾਇਆ ਸੀ, ਜਨ ਭਗਤਨ ਕੋ ਕਹੋ ਨਾ ਮਾਨੋ, ਕੀਨੋ ਆਪਣੋ ਪਈ ਹੈ। ਫਿਰ ਆਪਣਾ ਕੀਤਾ ਆਪ ਹੀ ਪਾਉਣਾ ਪੈਂਦਾ ਹੈ। ਤੇ ਉਸ ਸਮੇਂ ਫਿਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਿੱਛੇ ਹਟ ਜਾਵੋ। ਉਹਦੇ ਕੰਨ ਦੇ ਵਿੱਚ ਜਾ ਕੇ ਕਹਿਣ ਲੱਗੇ, ਤੈਨੂੰ ਬਹੁਤ ਸਮਝਾਇਆ ਸੀਗਾ ਪਰ ਨਹੀਂ ਸੀ ਤੂੰ ਸਮਝਿਆ, ਤੇ ਹੁਣ ਚੁੱਪ ਕਰਕੇ ਤੁਰਿਆ ਜਾ, ਨਹੀਂ ਤੇ ਮਾਰ ਮਾਰ ਤੇਰਾ ਚਾਮੋ ਦੇੜ ਦੇਣਾ ਜੱਟ ਨੇ, ਕਿਉਂਕਿ ਲੇਖਾ ਤੈਨੂੰ ਹੁਣ ਦੇਣਾ ਪੈਣਾ। ਤਰ੍ਹਾਂ ਤਰ੍ਹਾਂ ਦੇ ਪਕਵਾਨ ਇਹਨਾਂ ਦੇ ਘਰ ਦੇ ਛਕਦਾ ਸੀ ਨਾ, ਬੜੇ ਸਵਾਦ ਲਾ ਲਾ ਕਰਕੇ, ਤੇ ਕੋਈ ਭਜਨ ਸਿਮਰਨ ਨਹੀਂ ਇਹਨਾਂ ਦੇ ਵੰਡੇ ਦਾ ਕੀਤਾ, ਇਸ ਲਈ ਤੈਨੂੰ ਦੇਖਾ ਹੁਣ ਦੇਣਾ ਪੈਣਾ, ਚੁੱਪ ਕਰਕੇ ਤੁਰਿਆ ਚੱਲ। ਇਉਂ ਕਹਿ ਕੇ ਭਗਤ ਜੀ ਪਿੱਛੇ ਹਟ ਗਏ, ਤੇ ਉਸੇ ਸਮੇਂ ਹੀ ਸਾਧ ਸੰਗਤ ਤੋਂ ਤੁਰ ਪਿਆ। ਤੇ ਜੱਟ ਖੇਡ ਖੜਾ ਕੇ ਹੱਸ ਪਿਆ, ਕਹਿੰਦਾ ਭਗਤ ਜੀ ਮਹਾਰਾਜ ਤੁਸੀਂ ਕੀ ਕੰਨ ਵਿੱਚ ਇਹਦੇ ਮੰਤਰ ਪੜਿਆ ਜੇ, ਕਿਹੜੀ ਫੂਕ ਮਾਰੀ ਹੈ? ਮੈਂ ਤੇ ਮਾਰ ਮਾਰ ਛੋਟੀਆਂ ਚਾਮੋ ਢੇੜ ਦੇਣ ਲੱਗਾ, ਫੇਰ ਵੀ ਤੁਰਦਾ ਨਹੀਂ ਸੀਗਾ। ਤੇ ਭਗਤ ਜੀ ਮੁਸਕਰਾ ਕੇ ਚੁੱਪ ਕਰਕੇ ਚਲੇ ਗਏ। ਸੋ ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਨੇ ਫਿਰ ਇਹ ਸ਼ਬਦ ਵੀ ਉਚਾਰਨ ਕੀਤਾ, ਕਹਿੰਦੇ ਜੇ ਭਲਿਆ ਹੁਣ ਨਹੀਂ ਪਰਮੇਸ਼ਰ ਦਾ ਭਜਨ ਕਰਨਾ ਤਾਂ ਕਦੋਂ ਕਰੇਗਾ? ਜਦੋਂ ਚਾਰ ਭਾਵ ਦੋਇ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਾਈ ਹੈ। ਊਠਤ ਬੈਠਤ ਠੀਗਾ ਪਰ ਹੈ, ਤਬ ਕਤ ਮੂਡ ਲੁਕਾਈ ਹੈ। ਹਰ ਬਿਨ ਬੈਰ ਬਿਰਾਨੇ ਹੋਈ ਹੈ, ਫੂਟੇ ਨਾਕਨ ਟੂਟੇ ਕਾਦਨ, ਕੋਦਵ ਕੋ ਭੁਸ ਖਾਈ ਹੈ। ਉਦੋਂ ਨਹੀਂ ਜਪਿਆ ਜਾਣਾ ਪਰਮੇਸ਼ਰ ਦਾ ਨਾਮ, ਉਦੋਂ ਨਹੀਂ ਕੀਤੀ ਜਾਣੀ ਗੁਰੂ ਕੀ ਸਤ ਸੰਗਤ, ਜਦੋਂ ਚਾਰ ਪੈਰ ਲੱਗ ਗਏ, ਸਿਰ ਤੇ ਦੋ ਸਿੰਘ ਲੱਗ ਗਏ, ਮੁਖ ਤੋਂ ਗੂੰਗਾ ਹੋ ਗਿਆ, ਭਾਵ ਪਸ਼ੂਆਂ ਦੀਆਂ ਜੂਨਾਂ ਵਿੱਚ ਪੈ ਗਿਆ, ਫੇਰ ਨਹੀਂ ਗੁਰੂ ਵਾਲੇ ਬਣਿਆ ਜਾਣਾ, ਸਤ ਸੰਗਤ ਨਹੀਂ ਕੀਤੀ ਜਾਣੀ। ਹੁਣ ਪਰਮੇਸ਼ਰ ਦਾ ਭਜਨ ਕਰਨ ਦਾ ਸਮਾਂ ਹੈ। ਸੋ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਹਿੰਦੇ ਹਨ, ਜੀਵ ਨੂੰ ਕੀੜਿਆਂ ਦੇ ਕੀੜਾਂ ਦੇ ਭਾਵ ਜੋ ਗੰਦਗੀ ਦੇ ਕੀੜੇ ਉਹਨਾਂ ਦੇ ਜੂਨਾਂ ਵਿੱਚ ਭਟਕਣਾ ਪੈਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਵਿੱਚ ਦੋਸ਼ ਧਾਰਨ ਕੀਤੇ ਜਾਂਦੇ ਹਨ, ਨਾਨਕ ਨਿਰਗੁਣ ਗੁਣ ਕਰੇ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹੈ, ਸਿੱਧੋ ਅਕਾਲ ਪੁਰਖ ਜੋ ਪਰਮੇਸ਼ਰ ਹੈ, ਨਿਰਗੁਣਾ ਜੀਵਿਆਂ ਦੇ ਵਿੱਚ ਵੀ ਗੁਣ ਧਾਰਨ ਕਰਾ ਦਿੰਦਾ ਹੈ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੋਂ ਤੱਕ ਉਚਾਰਨ ਕੀਤਾ ਨਾ ਕਿ ਨਖਿੱਧ ਜੂਨਾਂ ਦੇ ਵਿੱਚ ਭਟਕਣਾ ਪੈਂਦਾ, ਸੋ ਇਸ ਲਈ ਇਹ ਸਿੱਧੋ ਕਿਸੇ ਪ੍ਰਕਾਰ ਦੇ ਪ੍ਰਤਾਪ ਦੀ ਸਾਨੂੰ ਲੋੜ ਨਹੀਂ। ਅਸੀਂ ਕੇਵਲ ਪਰਮੇਸ਼ਰ ਦਾ ਭਜਨ ਕਰਦੇ ਹਾਂ, ਜੋ ਪਰਮਾਤਮਾ ਔਗਣਹਾਰਿਆਂ ਦੇ ਅੰਦਰ ਵੀ ਸ਼ੁਭ ਗੁਣਾਂ ਦੀ ਦਾਤ ਦਿੰਦਾ ਹੈ। ਗੁਣਵੰਤਿਆ ਗੁਣ ਦੇ, ਤੇ ਜਿਹੜੇ ਗੁਣਵਾਨ ਹੈ ਨਾ, ਉਹਨਾਂ ਦੇ ਹਿਰਦੇ ਅੰਦਰ ਵੀ ਪਰਮਾਤਮਾ ਬ੍ਰਹਮ ਗਿਆਨ ਦੀ ਦਾਤ ਦੇ ਦਿੰਦਾ ਹੈ। ਗੁਣਵੰਤਿਆ ਗੁਣ ਦੇ, ਜਿਨ੍ਹਾਂ ਨੇ ਦਇਆ ਧਰਮ ਧੀਰਜਤਾ ਸ਼ੁਭ ਵਿਚਾਰ ਸ਼ੁਭ ਗੁਣਾਂ ਨੂੰ ਧਾਰਨ ਕੀਤਾ, ਤਿਨਾਂ ਗੁਰਮੁਖਾਂ ਦੇ ਹਿਰਦੇ ਅੰਦਰ ਬ੍ਰਹਮ ਗਿਆਨ ਦੀ ਅਵਸਥਾ ਪਰਮੇਸ਼ਰ ਬਖਸ਼ ਦਿੰਦਾ ਹੈ। ਜੋ ਗੁਰਮਤਿ ਅਨੁਸਾਰ ਜੀਵਨ ਨਿਰਵਾਹ ਕਰਦੇ ਹੈ, ਸਤਿਗੁਰਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਦੇ ਹਨ, ਤਿਨਾਂ ਦੇ ਹਿਰਦੇ ਅੰਦਰ ਵਾਹਿਗੁਰੂ ਐਸੀ ਸ੍ਰੇਸ਼ਟ ਗਿਆਨ ਦੀ ਦਾਤ ਬਖਸ਼ ਦਿੰਦਾ ਹੈ। ਤੇਹਾ ਕੋਈ ਨਾ ਸੁਝਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਸਿੱਧੋ ਉਸ ਪਰਮਾਤਮਾ ਜੈਸਾ ਸਾਨੂੰ ਕੋਈ ਸੁਝਦਾ ਨਹੀਂ ਹੈ। ਕਿਸੇ ਵੀ ਪ੍ਰਕਾਰ ਜਗਤ ਅੰਦਰ ਨਜ਼ਰ ਨਹੀਂ ਆਉਂਦਾ। ਜੇ ਤਿਸ ਗੁਣ ਕੋਈ ਕਰੇ, ਜੇਕਰ ਕੋਈ ਕਹੇ ਕਿ ਮੈਂ ਪਰਮਾਤਮਾ ਦੇ ਗੁਣ ਪਰ ਉਪਕਾਰ ਕਰਦਾ ਹਾਂ, ਕਿ ਜਿਵੇਂ ਪਰਮੇਸ਼ਰ ਔਗਣ ਹਾਰਿਆਂ ਨੂੰ ਵੀ ਬਖਸ਼ ਦਿੰਦਾ, ਔਗਣ ਹਾਰਿਆਂ ਅਕਿਰਤ ਕਣਾਂ ਦੀ ਜੀਵਾਂ ਦੀ ਵੀ ਪਰਮੇਸ਼ਰ ਪਾਲਣਾ ਕਰ ਰਿਹਾ ਹੈ। ਸਾਧ ਸੰਗਤ ਜੀ, ਸਾਡੇ ਅੰਦਰ ਕਿੰਨੇ ਕਿੰਨੇ ਔਗਣ ਹਨ, ਕਿੰਨੀ ਵੱਡੀ ਸਾਡੀ ਅਕਿਰਤ ਘਣਤਾ ਹੈ ਕਿ ਪਰਮੇਸ਼ਰ ਦੇ ਦਿੱਤੀਆਂ ਹੋਈਆਂ ਦਾਤਾਂ ਦਾ ਕਦੇ ਸ਼ੁਕਰਾਨਾ ਨਹੀਂ ਅਸੀਂ ਕਰਦੇ। ਫਿਰ ਵੀ ਪਰਮੇਸ਼ਰ ਸਾਨੂੰ ਅਕਿਰਤ ਕਣਾਂ ਨੂੰ ਪਾਲਦਾ ਪਿਆ। ਪਰਮੇਸ਼ਰ ਸਾਨੂੰ ਕਿੰਨੇ ਕਿੰਨੇ ਸੁੱਖ ਦਿੰਦਾ ਪਿਆ, ਕਿੰਨੀਆਂ ਵਾਹਿਗੁਰੂ ਸਾਨੂੰ ਦਾਤਾਂ ਬਖਸ਼ਿਸ਼ ਕਰ ਰਿਹਾ ਹੈ। ਹਜ਼ੂਰ ਕਹਿੰਦੇ ਹਨ, ਉਸ ਪਰਮਾਤਮਾ ਜੈਸਾ ਪਰ ਉਪਕਾਰੀ ਕੋਈ ਸਾਨੂੰ ਨਜ਼ਰ ਨਹੀਂ ਆਉਂਦਾ। ਜੇ ਕਹੇ ਕਿ ਜੇ ਤਿਸ ਗੁਣ ਕੋਈ ਕਰੇ ਕਿ ਮੈਂ ਪਰਮੇਸ਼ਰ ਦੇ ਉੱਪਰ ਪਰਉਪਕਾਰ ਕਰਦਾ, ਬਹੁਤੇ ਤਾਂ ਕੀ ਕਿਸੇ ਇੱਕ ਇੰਦਰੇ ਦੇ ਵੀ ਸਾਧ ਸੰਗਤ ਜੀ ਸਮਸਤ ਨਹੀਂ ਕੋਈ ਇਹ ਦਾਤ ਕਰਕੇ ਸਿੱਧ ਕਰਕੇ ਦੱਸ ਸਕਦਾ, ਕਿਉਂਕਿ ਸਾਡੇ ਸਰੀਰ ਦੇ ਜਿਹੜੇ ਇੰਦਰੇ ਹਨ ਇਹ ਵੀ ਕਿੰਨੇ ਅਮੋਲਕ ਹੈ। ਮਹਾਰਾਜ ਸੱਚੇ ਪਾਤਸ਼ਾਹ
ਹਜੂਰ ਕਹਿੰਦੇ ਜ਼ਿਆਦਾ ਦਾਤਾਂ ਤਾਂ ਕੀ ਕਥਨ ਕਰਨੀ ਹੈ, ਕਿਸੇ ਇੱਕ ਇੰਦਰੇ ਦੇ ਬਦਲੇ ਵੀ ਕੋਈ ਕਥਨ ਕਰਕੇ ਦੱਸ ਦੇਵੇ ਕਿ ਮੈਂ ਇੰਨਾ ਵੱਡਾ ਰੱਬ ਤੇ ਪਰਉਪਕਾਰ ਕੀਤਾ। ਕੋਈ ਜਗਤ ਅੰਦਰ ਐਸਾ ਜੀਵ ਨਹੀਂ ਹੈ ਜੇ ਤਿਸ ਗੁਣ ਕੋਈ ਕਰੇ ਜੋ ਪ੍ਰਮਾਤਮਾ ਤੇ ਪਰਉਪਕਾਰ ਕੋਈ ਕਰਦਾ ਹੋਵੇ। ਸੋ ਇਉਂ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਇਹ ਸਿੱਧਾਂ ਦੇ ਪਰਥਾਏ ਉਚਾਰਨ ਕੀਤਾ। ਉਪਦੇਸ਼ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਆ। ਫਿਰ ਸਤਿਗੁਰੂ ਜੀ ਦੇ ਚਰਨਾਂ ਤੇ ਸਿੱਧਾਂ ਨੇ ਨਮਸਕਾਰਾਂ ਕੀਤੀਆਂ ਨੇ। ਸੋ ਇਸੇ ਪ੍ਰਕਾਰ ਇਸ ਪੌੜੀ ਦੇ ਅੰਦਰ ਸਾਧ ਸੰਗਤ ਜੀ ਅੰਤਰੀਵ ਅਰਥ ਵੀ ਹੁਣ ਅਸੀਂ ਕਰਾਂਗੇ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਜਿਵੇਂ ਬਾਬਾ ਲਹਿਣਾ ਜੀ ਨੇ, ਜਗਤ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਨਤੀ ਕੀਤੀ ਹੈ ਕਿ ਮਹਾਰਾਜ ਜੀਵਨ ਨੂੰ ਕਿਵੇਂ ਸ੍ਰੇਸ਼ਟ ਬਣਾਇਆ ਜਾ ਸਕਦਾ ਹੈ, ਜੀਵਨ ਦੀ ਕਰਤਾਰਤਾ ਕਿਵੇਂ ਕੀਤੀ ਜਾ ਸਕਦੀ ਹੈ, ਭਾਵ ਜੀਵਨ ਕਿਵੇਂ ਸਫਲਾ ਕੀਤਾ ਜਾ ਸਕਦਾ ਹੈ। ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕਰਦੇ ਹੈ ਔਰ ਸਤਿਗੁਰੂ ਜੀ ਜਿਵੇਂ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ ਅੰਤਰੀ ਭਾਵ ਦੇ ਵਿੱਚ, ਇਵੇਂ ਹੀ ਸਾਧ ਸੰਗਤ ਜੀ ਸਰਵਣ ਕਰੀਏ। ਫੇਰ ਤੋਂ ਪੜ੍ਹ ਦੇਵੋ। ਜੇ ਜੁਗ ਚਾਰੇ ਆਰਜਾ। ਆਰਜਾ ਕਹਿੰਦੇ ਨੇ ਸ੍ਰੇਸ਼ਟਤਾਈ ਨੂੰ, ਸ੍ਰੇਸ਼ਟ ਭਾਵ ਉਜਲ। ਹਜੂਰ ਕਹਿੰਦੇ ਜੇਕਰ ਕੋਈ ਚਾਰੇ ਜਿਹੜੇ ਸਾਧਨ ਹਨ, ਵੈਰਾਗ, ਵਿਵੇਕ, ਖੜ ਸੰਮਤੀ, ਮੋਖ, ਇੱਛਾ, ਇਹਨਾਂ ਚੌਹਾਂ ਸਾਧਨਾਂ ਨੂੰ ਕੋਈ ਜੀਵਨ ਦੇ ਅੰਦਰ ਸਾਧ ਲੈਣਾ ਕਰੇ, ਜੀਵਨ ਦੇ ਵਿੱਚ ਕਮਾ ਲਵੇ, ਹਜੂਰ ਕਹਿੰਦੇ ਆਰਜਾ ਉਹ ਸ੍ਰੇਸ਼ਟ ਜੀਵਨ ਵਾਲਾ ਹੋ ਜਾਂਦਾ ਹੈ। ਉਸ ਮਨੁੱਖ ਦਾ ਜੀਵਨ ਕਰਤਾਰਤ ਹੋ ਜਾਂਦਾ ਹੈ ਜੇ ਆਪਣੇ ਜੀਵਨ ਦੇ ਅੰਦਰ ਚਾਰੇ ਜਿਹੜੇ ਸਾਧਨ ਹਨ। ਜਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਫੇਰ ਬੇਨਤੀ ਕਰਦੇ ਐ ਸਿੱਖ, ਹੇ ਸਤਿਗੁਰੂ ਜੀ ਹੋਰ ਵੀ ਕੋਈ ਸਾਧਨ ਦੱਸੋ ਖਾਂ। ਸਤਿਗੁਰੂ ਜੀ ਕਹਿੰਦੇ ਹਨ ਜੇ ਜੁਗ ਚਾਰੇ ਆਰਜਾ। ਹਜੂਰ ਨੇ ਫਰਮਾਨ ਕੀਤਾ ਯੁਗ ਦਾ ਅਰਥ ਹੁੰਦਾ ਹੈ ਦੋ, ਤੇ ਸਾਧ ਸੰਗਤ ਜੀ ਚਾਰੇ, ਦੋ ਤੇ ਚਾਰ ਇਹਨਾਂ ਦੀ 6 ਗਿਣਤੀ ਬਣ ਗਈ ਹੈ। ਜਿਨ੍ਹਾਂ ਨੇ ਸਾਧ ਸੰਗਤ ਜੀ ਸਮਦਮ ਆਦਿਕ 6 ਸਾਧਨਾਂ ਨੂੰ ਸਾਧ ਲੈਣਾ ਕੀਤਾ ਹੈ। ਜਿਵੇਂ ਗ੍ਰੰਥਾਂ ਦੇ ਵਿੱਚ ਬਚਨ ਆਉਂਦੇ ਹੈ ਸਮਦਮ ਸਾਧਨਾ ਸ਼ਰਧਾ ਤੀਸਰੀ, ਸਮਾਧਾਨ ਉਪਰਾਮ, ਖਟੀ ਤਤਿਕਸ਼ਾ ਜਾਣੀਏ, ਪਿੰਨ ਪਿੰਨ ਜਹ ਨਾਮ। 6 ਪ੍ਰਕਾਰ ਦੇ ਸਾਧਨ ਹਨ। ਇਹਨਾਂ 6 ਨੂੰ ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਸਾਧ ਲੈਣਾ ਕੀਤਾ ਆਰਜਾ, ਉਹ ਸ੍ਰੇਸ਼ਟ ਜੀਵਨ ਵਾਲੇ ਬਣ ਗਏ ਹੈ। ਜੇ ਜੁਗ ਚਾਰੇ ਆਰਜਾ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਉਪਦੇਸ਼ ਦੇ ਰਹੇ ਹਨ, ਹੇ ਸਿੱਖੋ ਤਿਨਾਂ ਨੇ ਉਜਲ ਜੀਵਨ ਵਾਲੇ ਬਣ ਜਾਣਾ ਕੀਤਾ ਜਿਨ੍ਹਾਂ ਨੇ ਇਹਨਾਂ ਪ੍ਰਮੁੱਖ ਸਾਧਨਾਂ ਨੂੰ ਜੀਵਨ ਦੇ ਅੰਦਰ ਸਾਧਿਆ ਹੈ। ਹੋਰ ਦਸੂਣੀ ਹੋਏ। ਤੇ ਹੋਰ ਜੋ ਮਨ ਦੇ ਵਿੱਚ ਮੰਦੀਆਂ ਵਾਸ਼ਨਾਵਾਂ ਪੈਦਾ ਕਰਨ ਵਾਲੀ ਹੈ ਅਵਿਦਿਆ। 10 ਊਣੀ, 10 ਨਾਮ ਦਵੈਸ਼ ਦਾ ਵੀ ਹੈ। 10 ਨਾਮ ਦਾ ਨਾਮ ਸਾਧ ਸੰਗਤ ਜੀ ਦਵੈਸ਼ ਈਰਖਾ ਪੈਦਾ ਕਰਨ ਵਾਲੀ ਮਨ ਦੇ ਵਿੱਚ ਜਿਹੜੀ ਮੰਦੀ ਭਾਵਨਾ ਹੈ, ਹਜੂਰ ਨੇ ਫਰਮਾਨ ਕੀਤਾ ਊਣੀ ਉਹ ਊਣਤਾਈ ਦੀ ਸਹਿਤ ਹੋ ਜਾਣਾ ਕਰਦੀ ਹੈ। ਜੋ ਗੁਰਮੁਖ ਪਿਆਰੇ ਇਹਨਾਂ ਪ੍ਰਮੁੱਖ ਸਾਧਨਾਂ ਨੂੰ ਆਪਣੇ ਜੀਵਨ ਦੇ ਅੰਦਰ ਸਾਧ ਲੈਂਦੇ ਹਨ, ਹੋਰ ਦਸੂਣੀ ਹੋਏ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਰਮਾਨ ਕੀਤਾ, ਕਹਿੰਦੇ ਹਨ ਜਿਹੜੇ 10 ਇੰਦਰੇ ਹੈ ਨਾ, ਇਹ ਸਾਧ ਸੰਗਤ ਜੀ ਮੰਦੀਆਂ ਵਾਸ਼ਨਾਵਾਂ ਨੂੰ ਜਾਂ ਫਿਰ ਜਗਤ ਦੇ ਅੰਦਰ ਵਿਸ਼ਿਆਂ ਰੂਪੀ ਦੋਸ਼ਾਂ ਨੂੰ ਧਾਰਨ ਕਰਦੇ ਹੈ। ਇਹ ਜਿਹੜੇ ਮਨ ਦੀਆਂ ਇੰਦਰੀਆਂ ਦੇ ਰਾਹੀਂ ਮੰਦੇ ਮਨ ਦੇ ਅੰਦਰ ਵਿਕਾਰ ਧਾਰਨ ਕਰਨੇ ਆ, ਇਹਨਾਂ ਇੰਦਰੀਆਂ ਦੇ ਰਾਹੀਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਦੋਸ਼ ਧਾਰਨ ਕੀਤਾ ਜਾਂਦਾ ਹੈ। 10 ਊਣੀ ਇਹਨਾਂ 10 ਜਿਹੜੇ ਇੰਦਰੀਆਂ ਦੇ ਹਨ ਉਹ ਵੀ ਸਾਧ ਸੰਗਤ ਜੀ ਮੰਦੀ ਭਾਵਨਾਵਾਂ, ਮੰਦੀ ਵਾਸ਼ਨਾਵਾਂ ਊਣੀ ਹੋ ਜਾਂਦੀ ਹੈ। ਫਿਰ ਇਸੇ ਪ੍ਰਕਾਰ ਹਜੂਰ ਕਹਿੰਦੇ ਨੇ ਹੋਰ ਦਸੂਣੀ ਹੋਏ। ਇੱਕ ਗੁਰਮਤਿ ਦੇ ਆਸ਼ੇ ਤੋਂ ਜਿਹੜਾ ਉਲਟ ਚੱਲਣਾ ਹੈ, ਜੋ ਮਨ ਮੱਤਾਂ ਹਨ ਅਗਿਆਨ ਦੇ ਕਰਕੇ ਮਨ ਦੇ ਵਿੱਚ ਆਉਂਦੀਆਂ ਹਨ, ਉਹਨਾਂ ਦੀ ਸੁੰਨਤਾ ਹੋ ਜਾਂਦੀ ਹੈ, ਊਣਤਾ ਹੋ ਜਾਂਦੀ, ਭਾਵ ਕੇ ਘਟ ਜਾਂਦੀ ਹੈ, ਖਤਮ ਹੀ ਹੋ ਜਾਂਦੀ ਹੈ। ਜੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਭੈ ਅੰਦਰ ਰਹਿ ਕੇ ਸਤਿਗੁਰਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਣਾ ਕਰੇ। ਨਵਾਂ ਖੰਡਾਂ ਵਿੱਚ ਜਾਣੀਐ। ਇਹ 9 ਖੰਡਾਂ ਵਾਲਾ ਸਰੀਰ ਵੀ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਕਥਨ ਕੀਤਾ ਹੈ। ਹਜੂਰ ਦੇ ਬਚਨ ਆਉਂਦੇ ਹਨ 8 ਪਹਿਰੀ 8 ਖੰਡ, 9ਵਾਂ ਖੰਡ ਸਰੀਰ। ਇਹ ਸਾਧ ਸੰਗਤ ਜੀ ਇਹਨਾਂ 9 ਖੰਡਾਂ ਦੇ ਵਿੱਚ
ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜਾਗਦੀ ਜੋਤ ਨਜ਼ਰ ਆਉਣ ਲੱਗ ਪੈਂਦੀ ਹੈ। ਨਵਾਂ ਖੰਡਾ ਵਿੱਚ ਜਾਣੀ ਹੈ ਪਰਮੇਸ਼ਰ ਨੂੰ ਹਰ ਇੱਕ ਇੰਦਰੀ ਨੂੰ ਚਲਾਉਣ ਵਾਲਾ ਵਿਆਪਕ ਜਾਣ ਲੈਂਦੇ ਨੇ ਗੁਰਮੁਖ ਪਿਆਰੇ ਕਿ ਮੇਰੇ ਇੱਕ ਇੱਕ ਇੰਦਰੀ ਨੂੰ ਚਲਾਉਣ ਵਾਲਾ ਉਹ ਪਰਮੇਸ਼ਰ ਹੈ। ਵਾਹਿਗੁਰੂ ਦੀ ਸ਼ਕਤੀ ਮੇਰੇ ਅੰਦਰ ਵਰਤ ਰਹੀ ਹੈ। ਨਵਾਂ ਖੰਡਾਂ ਵਿੱਚ ਜਾਣੀ ਹੈ ਤੇ ਸਾਧ ਸੰਗਤ ਜੀ 9 ਪ੍ਰਕਾਰ ਦੀ ਭਗਤੀ ਵੀ ਹੈ। ਭਜਨ ਆਉਂਦੇ ਆ ਵੇਦਾਂਤ ਦੇ, ਕਹਿੰਦੇ ਹਨ ਸ਼ਰਵਣ ਸਿਮਰਨ ਕੀਰਤਨ ਪਾਦ ਸੇਵ ਅਰਚਾਨ ਦਾਸ ਸਖਾਪਨ ਬੰਦਨਾ ਸਰਬ ਨਿਵੇਦਨ ਜਾਨ। ਇਹ 9 ਪ੍ਰਕਾਰ ਦੀ ਜਿਹਨੂੰ ਨੌਦਾ ਭਗਤੀ ਕਿਹਾ ਜਾਂਦਾ ਹੈ। 9 ਪ੍ਰਕਾਰ ਦੀ ਭਗਤੀ ਕਰਨੀ ਕਰਕੇ ਹਜੂਰ ਕਹਿੰਦੇ ਨੇ ਜਾਣੀਐ ਵਾਹਿਗੁਰੂ ਦੇ ਸਰੂਪ ਨੂੰ ਜਾਣ ਲਈਦਾ ਹੈ। ਹਿਰਦੇ ਘਰ ਦੇ ਵਿੱਚ ਹੀ ਪਰਮੇਸ਼ਰ ਦਾ ਸਰੂਪ ਸਾਖਸ਼ਾਤ ਹੋ ਕਰਕੇ ਦੀਦਾਰ ਬਖਸ਼ਦਾ ਹੈ। ਜੋ ਮਹਾਰਾਜ ਸੱਚੇ ਪਾਤਸ਼ਾਹੀ ਦੇ ਦਰਸਾਏ ਹੋਏ ਮਾਰਗ ਤੇ ਚੱਲਦੇ ਹਨ। ਔਰ ਹਜੂਰ ਨੇ ਵਚਨ ਕੀਤੇ ਹੈ ਸਿੱਖੋ ਨਵਾਂ ਖੰਡਾਂ ਵਿੱਚ ਜਾਣੀ ਹੈ। ਕਹਿੰਦੇ ਖੰਡਾਂ ਦੀ ਤਰ੍ਹਾਂ ਹਰ ਇੱਕ ਇੰਦਰੇ ਦੇ ਵਿੱਚ ਸਰੀਰ ਦੇ ਕਣ ਕਣ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਇਹਨਾਂ ਨੇ ਜਾਣਦੇ ਹੈ। ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਦਰਸਾਏ ਹੋਏ ਮਾਰਗ ਤੇ ਚੱਲਣਾ ਕੀਤਾ ਹੈ। ਨਾਲ ਚੱਲੇ ਸਭ ਕੋਏ ਤੇ ਫਿਰ ਨਾਲ ਕੀ ਜੀਵ ਦੇ ਸਭ ਕੋਈ ਚੱਲਦਾ ਹੈ। ਹਜੂਰ ਕਹਿੰਦੇ ਨੇ ਸਦ ਸੰਤੋਖ ਆਦਿਕ ਜਿਹੜੇ ਸ਼ੁਭ ਗੁਣ ਹਨ, ਸ਼ੁਭ ਗੁਣਾਂ ਕਰਕੇ ਕੀਤੇ ਹੋਏ ਜੀਵ ਦੇ ਚੰਗੇ ਅਮਲ ਹੈ ਜੋ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਜੀਵ ਨੂੰ ਮਾਣ ਦਿਵਾਉਣ ਵਾਲੇ ਹੈ, ਇਹ ਜੀਵ ਦੇ ਨਾਲ ਚੱਲਦੇ ਹਨ। ਨਾਲ ਚੱਲੇ ਸਭ ਕੋਏ। ਔਰ ਇਸੇ ਪ੍ਰਕਾਰ ਹਜੂਰ ਕਹਿੰਦੇ ਜਿਹੜੇ ਮਨ ਦੀਆਂ ਸਾਧ ਸੰਗਤ ਜੀ ਮੰਦੀਆਂ ਬਿਰਤੀਆਂ ਹੈ ਨਾ, ਜਿਵੇਂ ਸਾਧ ਸੰਗਤ ਜੀ 5 ਪ੍ਰਕਾਰ ਦੀਆਂ ਬਿਰਤੀਆਂ ਮੰਨੀਆਂ ਜਾਂਦੀਆਂ ਹਨ। 5 ਪ੍ਰਕਾਰ ਦੀਆਂ ਬਿਰਤੀਆਂ ਸਿਮਰਤੀ ਵਿਕਲਪ ਆਦਿਕ ਇਹ ਕਹਿੰਦੇ ਹਨ ਚਲਾਏ ਮਨ ਹੋ ਜਾਂਦੀਆਂ ਨੇ ਜਦੋਂ ਪਰਮਾਤਮਾ ਦਾ ਭਜਨ ਕੀਤਾ ਜਾਂਦਾ ਹੈ। ਨਾਲ ਚੱਲੇ ਸਭ ਕੋਏ ਤੇ ਨਾਲ ਹੀ ਲੱਗਦਿਆਂ ਹੋਈਆਂ 5 ਬਿਰਤੀਆਂ ਵੀ ਅਭਾਵ ਹੋ ਜਾਂਦੀਆਂ ਨੇ, ਜਿਨ੍ਹਾਂ ਕਰਕੇ ਪਰਮੇਸ਼ਰ ਦੇ ਨਾਮ ਜਪਣ ਦੇ ਵਿੱਚ ਚਿੱਤ ਨਹੀਂ ਜੁੜਦਾ। ਹੋਰ ਮਨ ਦੇ ਵਿੱਚ ਮੰਦੇ ਵਿਕਲਪ ਆਈ ਜਾਂਦੇ ਆ, ਪਹਿਲਾਂ ਕੀਤੇ ਹੋਏ ਕਰਮ ਚੇਤੇ ਆਈ ਜਾਂਦੇ ਆ। ਇਹਨੂੰ ਸਿਮਰਤੀ ਕਿਹਾ ਜਾਂਦਾ। ਜਦੋਂ ਗੁਰਬਾਣੀ ਪੜ੍ਹ ਲੱਗਿਆ ਭਾਵੇਂ ਉਹ ਚੰਗੇ ਕਰਮ ਹੀ ਹੋਣ ਉਹ ਚੇਤੇ ਆਈ ਜਾਣ। ਗੁਰਬਾਣੀ ਪੜ੍ਹਦੇ ਆ ਨਾਮ ਜਪਦੇ ਆ ਉਹ ਚੇਤੇ ਆਈ ਜਾਣ, ਉਹਨੂੰ ਸਿਮਰਤੀ ਕਿਹਾ ਜਾਂਦਾ। ਤੇ ਮੰਦੇ ਵੱਲ ਜਿਹੜੇ ਮਨ ਦੇ ਵਿੱਚ ਫੁਰਨੇ ਆਉਂਦੇ ਉਹਨਾਂ ਨੂੰ ਵਿਕਲਪ ਕਿਹਾ ਜਾਂਦਾ। ਇਉਂ ਸਾਧ ਸੰਗਤ ਜੀ ਇਸ ਪ੍ਰਕਾਰ ਜਿਹੜੇ 5 ਪ੍ਰਕਾਰ ਦੀਆਂ ਬਿਰਤੀਆਂ ਨੇ ਉਹ ਵੀ ਅਭਾਵ ਹੋ ਜਾਂਦੀਆਂ ਹਨ। ਚੰਗਾ ਨਾਉ ਰਖਾਏ ਕੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਐਸੀ ਉੱਚੀ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ, ਹਿਰਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕਰ ਦਿੰਦਾ, ਫਿਰ ਚੰਗਾ ਨਾਉ ਰਖਾਏ ਕੈ ਜਗਤ ਅੰਦਰ ਪ੍ਰਸਿੱਧ ਨਾਮ ਬ੍ਰਹਮ ਗਿਆਨੀ ਕਰਕੇ ਜਾਣਿਆ ਜਾਂਦਾ। ਤੇ ਬ੍ਰਹਮ ਗਿਆਨੀ ਦੇ ਪਰਥਾਏ ਹਜੂਰ ਨੇ ਫਰਮਾਨ ਕੀਤਾ ਹੈ ਨਾ ਕਿ ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਆਪ ਪਰਮੇਸ਼ਰ ਸਰੂਪ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਰੂਪ ਹੈ। ਜਿਵੇਂ ਪਰਮੇਸ਼ਰ ਸਰਬ ਵਿਆਪਕ ਹੈ, ਸਭ ਥਾਵਾਂ ਤੇ ਤਿੰਨਾਂ ਸਮਿਆਂ ਦਾ ਗਿਆਤਾ ਹੈ, ਤਿਵੇਂ ਅਕਾਲ ਪੁਰਖ ਵਾਹਿਗੁਰੂ ਸਰੂਪ ਬ੍ਰਹਮ ਗਿਆਨ ਦੀ ਅਵਸਥਾ ਵਾਲੇ ਵੀ ਸਾਧ ਸੰਗਤ ਜੀ ਭੂਤ ਭਵਿੱਖਤ ਵਰਤਮਾਨ ਤਿੰਨਾਂ ਕਾਲਾਂ ਦੇ ਗਿਆਤਵਾਨ ਹੋ ਜਾਂਦੇ ਹਨ। ਇਸ ਪ੍ਰਕਾਰ ਸਤਿਗੁਰੂ ਜੀ ਨੇ ਫਰਮਾਨ ਕੀਤਾ ਚੰਗਾ ਨਾਉ ਰਖਾਏ ਕੈ। ਇਉਂ ਕਹਿੰਦੇ ਹਨ ਜਗਤ ਦੇ ਅੰਦਰ ਚੰਗਾ ਪਰਮੇਸ਼ਰ ਦਾ ਨਾਉ ਜਪਣਾ ਔਰ ਜਗਤ ਅੰਦਰ ਐਸਾ ਪ੍ਰਸਿੱਧ ਨਾਉ ਹੋ ਜਾਣਾ ਕਰਦਾ ਹੈ। ਜਸ ਕੀਰਤ ਜਗ ਲੇ ਕੀਰਤੀ ਕਰਦਿਆਂ ਹੋਇਆਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਗਾਉਂਦੇ ਹਨ ਗੁਰਮੁਖ ਪਿਆਰੇ, ਬੰਦਗੀ ਕਰਨ ਵਾਲੇ ਸਤਿਪੁਰਸ਼ ਤੇ ਜਗਤ ਦੇ ਜੀਵਾਂ ਨੂੰ ਵੀ ਪ੍ਰੇਰ ਕਰਕੇ ਪਰਮੇਸ਼ਰ ਦੀ ਕੀਰਤੀ ਕਰਾਉਂਦੇ ਹੈ। ਇਹ ਨਹੀਂ ਹੈ ਕਿ ਆਪਣਾ ਜਸ ਕਰਾਉਣਾ, ਇਹ ਸਾਧ ਸੰਗਤ ਜੀ ਗੁਰਮੁਖਾਂ ਦੀ ਨਿਸ਼ਾਨੀ ਨਹੀਂ, ਮਨਮੁਖਾਂ ਦੀ ਨਿਸ਼ਾਨੀ ਹੈ, ਭੇਖ ਧਾਰੀਆਂ ਦੀ ਨਿਸ਼ਾਨੀ ਹੈ, ਜਿਹੜੇ ਆਪਣੇ ਹੀ ਗੋਡੇ ਘਟਾਉਣ ਲੱਗ ਪੈਂਦੇ ਆ, ਆਪਣੇ ਹੀ ਸਾਧ ਸੰਗਤ ਜੀ ਚਰਨਾਂ ਦੀ ਪੂਜਾ ਕਰਾਉਣ ਲੱਗ ਪੈਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਰਮਾਨ ਕੀਤਾ ਕਿ ਹਰ ਕੋਈ ਜਗਤ ਦੇ ਅੰਦਰ ਕੋਈ ਵੀ ਜੀਵ ਆ ਜਾਵੇ ਇਹਨੂੰ ਆਖਣਾ ਕਿ ਭਲਿਆ ਪਰਮੇਸ਼ਰ ਦਾ ਨਾਮ ਜਪਿਆ ਕਰ। ਇਹ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੀ ਇਹ ਸਾਧ ਸੰਗਤ ਦੀ ਨਿਸ਼ਾਨੀ ਹੈ। ਆਪ ਜਪੈ ਅਵਰਹਿ ਨਾਮ ਜਪਾਵੈ, ਆਪ ਨਾਮ ਜਪਣਾ ਤੇ ਪ੍ਰੇਰਿਤ ਕਰ ਕਰਕੇ ਪਰਮੇਸ਼ਰ ਦਾ ਨਾਮ ਜਪਾਉਣਾ। ਸੋ ਇਸ ਲਈ ਹਜੂਰ ਫਰਮਾਨ ਕਰ ਰਹੇ ਹੈ ਐਸੇ ਉਹ ਗੁਰਮੁਖ ਪਿਆਰੇ ਨੇ ਜਸ ਕੀਰਤ ਜਗ ਲੇ,
ਜਗਤ ਦੇ ਅੰਦਰ ਸਭ ਪ੍ਰਕਾਰ ਸਭ ਜੀਵਾਂ ਨੂੰ ਪਰਮੇਸ਼ਰ ਦੀ ਕੀਰਤੀ ਕਰਾਉਣਾ ਕਰਦੇ ਹਨ। ਫਿਰ ਜਗਤ ਵਿੱਚ ਸਭ ਥਾਵਾਂ ਤੇ ਉਹਨਾਂ ਨੂੰ ਜਸ ਮਿਲਦਾ ਹੈ। ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਵੀ ਪ੍ਰਵਾਨ ਹੋ ਜਾਂਦੇ ਹਨ। ਜੇ ਤਿਸ ਨਜ਼ਰ ਨਾ ਆਵਈ। ਇਹ ਕਹਿਣ ਲੱਗੇ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ, ਤਿਨਾਂ ਬ੍ਰਹਮ ਗਿਆਨ ਦੀ ਅਵਸਥਾ ਵਾਲਿਆਂ ਨੂੰ ਕਿਸੇ ਪ੍ਰਕਾਰ ਦੀ ਤ੍ਰਿਸ਼ਨਾ ਕੋਈ ਨਾ ਕੋਈ ਤਮਾ ਤਾਂ ਮਨ ਦੇ ਵਿੱਚ ਹੋਵੇਗੀ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਤਿਸ ਨਦਰ ਨਾ ਆਵਈ, ਤਿਸ ਨਾਮ ਤ੍ਰਿਸ਼ਨਾ ਦਾ ਹੈ। ਜੇ ਇਹ ਜਿਹੜੀ ਤ੍ਰਿਸ਼ਨਾ ਦੇ ਬਾਬਤ ਆਪ ਇਹ ਸਿੱਖੋ ਕਥਨ ਕਰਦੇ ਪਏ ਹੋ ਨਾ, ਉਹਨਾਂ ਦੀ ਨਜ਼ਰ ਦੇ ਵਿੱਚ ਨਹੀਂ ਆਉਂਦੀ। ਹਿਰਦੇ ਦੇ ਅੰਦਰ ਤਾਂ ਉਹਨਾਂ ਨੇ ਕੀ ਧਾਰਨ ਕਰਨੀ ਹੈ। ਰਤਾ ਭਾਵ ਉਹਨਾਂ ਦੇ ਮਨ ਦੇ ਵਿੱਚ ਸੂਖਮ ਕੋਈ ਐਸਾ ਫੁਰਨਾ ਵੀ ਨਹੀਂ ਆਉਂਦਾ। ਥੋੜੇ ਜਿੰਨੀ ਵੀ ਕੋਈ ਮਨ ਦੇ ਵਿੱਚ ਖਾਹਿਸ਼ ਨਹੀਂ ਪੈਦਾ ਹੁੰਦੀ, ਜਿਸ ਕਰਕੇ ਕਿਸੇ ਦੁਨੀਆ ਦੇ ਪਦਾਰਥ ਦੀ, ਦੁਨੀਆ ਦੇ ਸੁੱਖਾਂ ਦੀ ਕੋਈ ਤ੍ਰਿਸ਼ਨਾ ਹੋਵੇ। ਕਿਸੇ ਪ੍ਰਕਾਰ ਦੀ ਕੋਈ ਆਸਾ ਤ੍ਰਿਸ਼ਨਾ ਨਹੀਂ ਉਹਨਾਂ ਦੇ ਮਨ ਵਿੱਚ ਹੁੰਦੀ। ਜੇ ਤਿਸ ਨਦਰ ਨਾ ਆਵਈ, ਉਹ ਤਾਂ ਆਪਣੀ ਨਜ਼ਰ ਦੇ ਵਿੱਚ ਵੀ ਨਹੀਂ ਲਿਆਉਂਦੇ। ਕਿਸੇ ਪ੍ਰਕਾਰ ਦੀ ਕੋਈ ਇੱਛਾ ਕੋਈ ਤਮਾ ਨਹੀਂ ਆਪਣੇ ਹਿਰਦੇ ਅੰਦਰ ਧਾਰਨ ਕਰਦੇ। ਤਾਂ ਬਾਤ ਨਾ ਪੁੱਛੈ ਕੇ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ ਹੈ, ਸਿੱਖੋ ਜਿਵੇਂ ਵਾਤ ਪਿੱਤ ਆਦਿਕ ਸਾਧ ਸੰਗਤ ਸਰੀਰ ਦੇ ਅੰਦਰ ਦੇ ਰੋਗ ਹੈ, ਹਜੂਰ ਕਹਿੰਦੇ ਹਨ ਜਿਵੇਂ ਇਹ ਵੈਦਾਂ ਹਕੀਮਾਂ ਦਾ ਕਥਨ ਹੈ ਕਿ ਇਹਨਾਂ ਵਿੱਚੋਂ ਸਾਧ ਸੰਗਤ ਜੀ ਜੇ ਕੋਈ ਅੰਦਰ ਦਾ ਇਹਨਾਂ ਤਿੰਨਾਂ ਦੇ ਵਿੱਚੋਂ ਕਿ ਸਾਧ ਸੰਗਤ ਰੋਗ ਹੋ ਜਾਵੇ ਤੇ ਸਰੀਰ ਦੇ ਅੰਦਰ ਦੇ ਇੰਦਰੀਆਂ ਦੇ ਨਾੜੀਆਂ ਦੇ ਸਿਸਟਮ ਜਿਹੜਾ ਸਾਰਾ ਖਰਾਬ ਹੋ ਜਾਂਦਾ ਹੈ, ਜਿਸ ਕਰਕੇ ਸਰੀਰ ਜਿਹੜਾ ਰੋਗੀ ਹੋ ਜਾਂਦਾ, ਕੋਈ ਨਾ ਕੋਈ ਰੋਗ ਲੱਗ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਤਾਂ ਵਾਤ ਨਾ ਪੁੱਛਿਆ ਕਿ ਵਾਤ ਨਾਮ ਵਾਸ਼ਨਾ ਦਾ ਹੈ ਤੇ ਕਿਸੇ ਪ੍ਰਕਾਰ ਦੀ ਕੋਈ ਵਾਸ਼ਨਾ ਪਾਉਣ ਰੂਪੀ ਵਾਸ਼ਨਾ ਨਹੀਂ ਆਪਣੇ ਹਿਰਦੇ ਅੰਦਰ ਧਾਰਨ ਕਰਦੇ। ਕਿਸੇ ਪ੍ਰਕਾਰ ਦੀ ਕੋਈ ਮੰਦੀ ਚੰਗੀ ਵਾਸ਼ਨਾ ਕਿਸੇ ਵੀ ਪ੍ਰਕਾਰ ਦੀ ਮਨ ਵਿੱਚ ਨਹੀਂ ਧਾਰਨ ਕਰਦੇ। ਐਸੇ ਉੱਚੇ ਆਚਰਣ ਵਾਲੇ ਉਹ ਬ੍ਰਹਮ ਗਿਆਨ ਦੀ ਅਵਸਥਾ ਵਾਲੇ ਗੁਰਮੁਖ ਹਨ। ਕੀਟਾ ਅੰਦਰ ਕੀਟ ਕਰ। ਕੀਟਾ ਨਾਮ ਮੈਲ ਦਾ ਹੈ। ਸਾਧ ਸੰਗਤ ਜੀ ਜਿਹੜੀ ਰਾਗ ਮੋਹ ਦੀ ਮੈਲ ਹੈ, ਦਵੈਸ਼ ਦੀ ਮੈਲ ਹੈ, ਜਗਤ ਦੀ ਮਮਤਾ ਦੀ ਮੇਰ ਤੇਰ ਦੀ ਮੈਲ ਹੈ। ਕੀਟਾ ਅੰਦਰ ਕੀਟ ਕਰ। ਹਜੂਰ ਕਹਿੰਦੇ ਕੀਟ ਉਹਨਾਂ ਨੇ ਕੱਟ ਦਿੱਤੀ ਆਪਣੇ ਅੰਦਰੋਂ। ਰਾਗ ਦਵੈਸ਼ ਆਦਿਕ ਜਿਤਨੇ ਵੀ ਕਿਸੇ ਵੀ ਪ੍ਰਕਾਰ ਦੀ ਕੋਈ ਮੈਲ ਹੈ ਨਾ, ਆਪਣੇ ਹਿਰਦੇ ਅੰਦਰੋਂ ਗੁਰਮੁਖਾਂ ਨੇ ਕੀਟ ਕਰ ਦਿੱਤੀ ਹੈ, ਕੱਟ ਦਿੱਤੀ ਹੈ। ਦੋਸ਼ੀ ਦੋਸ਼ ਧਰੇ। ਤੇ ਸਾਧ ਸੰਗਤ ਜਿਹੜੇ ਦੋਸ਼ ਧਾਰਨ ਕਰਨ ਵਾਲੇ ਦੋਸ਼ੀ ਕੀ ਹਨ? ਇਹ 10 ਜਿਹੜੇ ਇੰਦਰੀ ਆ, ਜਿਨ੍ਹਾਂ ਇੰਦਰੀਆਂ ਤੋਂ ਸਾਡਾ ਇਹ ਸਰੀਰ ਚੱਲਦਾ ਪਿਆ ਹੈ, ਇਹਨਾਂ ਵਿੱਚ ਬਾਰ-ਬਾਰ ਗੁਰਮੁਖ ਪਿਆਰੇ ਦੋਸ਼ ਧਾਰਨ ਕਰਦੇ ਆ। ਹਰ ਸਮੇਂ ਇਹ ਨੇਤਰਾਂ ਦੇ ਤਾਂ ਵੀ ਦੋਸ਼ ਧਾਰਨ ਕਰਦੇ ਆ। ਕਹਿੰਦੇ ਹਨ ਨੈਣ ਨਾ ਦੇਖੇ ਸਾਧ ਸੇ ਨੈਣ ਬਿਹਾਲੇ ਆ, ਔਰ ਸ਼ਰਵਨ ਨਾ ਸੁਨਹਿ ਨਾਦ ਕਰਨ ਮੁੰਦ ਘਾਲੇ ਆ। ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀ ਐ, ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋਂ ਦਿਨ ਘਟੀ ਐ। ਉਹ ਬਾਰ-ਬਾਰ ਦੋਸ਼ ਧਾਰਨ ਕਰਦੇ ਹੈ, ਮੇਰੇ ਨੇਤਰੋ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ। ਕਿ ਜੇ ਰੱਬ ਨੂੰ ਨਾ ਇਹਨਾਂ ਦੇ ਨਾਲ ਦੇਖਿਆ, ਸਤਿਗੁਰਾਂ ਦੇ ਦੀਦਾਰ ਨਾ ਕੀਤੇ, ਸਾਧ ਸੰਗਤ ਨੂੰ ਗੁਰੂ ਸਰੂਪ ਜਾਣ ਕੇ ਦਰਸ਼ਨ ਨਾ ਕੀਤੇ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਰਨ ਮੁੰਦ ਘਾਲੇ ਆ। ਕਹਿੰਦੇ ਹਨ ਫਿਰ ਜੇ ਕੰਨਾਂ ਦੇ ਨਾਲ ਵੀ ਨਾ ਪਰਮੇਸ਼ਰ ਦਾ ਜਸ ਸੁਣਿਆ ਤੇ ਇਹਨਾਂ ਵਿੱਚ ਸਿੱਕੇ ਢਾਲ ਕਰਕੇ ਪਾਏ ਜਾਵਣਗੇ। ਨੇਤਰਾਂ ਤੋਂ ਨਾ ਦੇਖਿਆ, ਨੈਣ ਨਾ ਦੇਖੇ ਨੈਣ ਸੇ ਸਾਧ ਬਿਹਾਲੇ ਆ। ਕਹਿੰਦੇ ਹਨ ਕਿ ਫਿਰ ਉਹਨਾਂ ਨੂੰ ਬੇਹਾਲ, ਇੰਨੀ ਜ਼ਿਆਦਾ ਇਹਨਾਂ ਦੀ ਮਾੜੀ ਦਸ਼ਾ ਕੀਤੀ ਜਾਂਦੀ, ਨੇਤਰਾਂ ਵਿੱਚ ਗਰਮ ਸਲਾਈਆਂ ਕਰ ਕਰਕੇ ਪਾਈਆਂ ਜਾਂਦੀਆਂ ਨੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਰਸਨਾ, ਜੇ ਪਰਮੇਸ਼ਰ ਦਾ ਭਜਨ ਨਾ ਕੀਤਾ, ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਨਾ ਕੀਤਾ, ਤੇ ਤਿਲ ਤਿਲ ਕਰਕੇ ਥੋੜੀ ਥੋੜੀ ਕਰਕੇ ਕੱਟੀ ਜਾਵੇਂਗੀ। ਇਹ ਗੁਰਮੁਖ ਪਿਆਰੇ ਇਹਨਾਂ ਇੰਦਰੀਆਂ ਦੇ ਵਿੱਚ ਹੀ ਦੋਸ਼ ਧਾਰਨ ਕਰਦੇ ਆ। ਬਾਰ-ਬਾਰ ਹਜੂਰ ਫਰਮਾਉਂਦੇ ਆ, ਤੇਰੇ ਹੀ ਪੰਕਤੀ ਪੜ੍ਹ ਦੇਵੋ ਜੀ। ਦੋਸ਼ੀ ਦੋਸ਼ ਧਰੇ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਹੈ ਸਿੱਖੋ ਜਿਹੜੇ ਵਿਸ਼ਿਆਂ ਦੇ ਵਿਕਾਰਾਂ ਦੇ ਦੋਸ਼ਾਂ ਨੂੰ ਗ੍ਰਹਿਣ ਕਰਨ ਵਾਲੇ ਕੌਣ ਹਨ? ਇਹ ਇੰਦਰੀ। ਇਹਨਾਂ ਇੰਦਰੀਆਂ ਦੇ ਵਿੱਚ ਹੀ ਗੁਰਮੁਖ ਪਿਆਰੇ ਦੋਸ਼ ਧਾਰਨ ਕਰਦੇ ਆ, ਔਰ ਫਿਰ ਬਾਰ-ਬਾਰ ਇਹਨਾਂ ਨੂੰ ਤਾੜਨਾ ਕਰਦੇ ਹਨ, ਪ੍ਰੇਰਿਤ ਕਰਦੇ ਹਨ।
ਕੰਨਾਂ ਨੂੰ ਵੀ ਪ੍ਰੇਰਿਤ ਕਰਦੇ ਆ, ਇਹ ਸ਼ਰਵਣ ਮੇਰੇ ਹੋ ਸਾਚਾ ਸੁਣਨੈ ਨੋ ਪਠਾਏ, ਸਾਚਾ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। हे ਮੇਰਿਓ ਸ਼ਰਵਣੋ, हे ਕੰਨੋ, ਰੱਬ ਨੇ ਸਰੀਰ ਦੇ ਨਾਲ ਤੁਹਾਨੂੰ ਇਸੇ ਕਰਕੇ ਲਾਇਆ ਕਿ ਪਰਮੇਸ਼ਰ ਦਾ ਜਸ ਸੁਣਨਾ ਹੈ। ਇਉਂ ਤਾੜਨਾ ਕਰ ਕਰਕੇ ਗੁਰਮੁਖ ਪਿਆਰੇ ਜਗਤ ਦੇ ਲੋਕਾਂ ਨੂੰ ਦੋਸ਼ ਦੇਣ ਦੀ ਬਜਾਏ ਆਪਣੇ ਇੰਦਰੀਆਂ ਨੂੰ ਹੀ ਦੋਸ਼ ਦਿੰਦੇ ਆ, ਬਾਰ-ਬਾਰ ਉਹਨਾਂ ਨੂੰ ਤਾੜਨਾ ਕਰਦੇ ਹਨ। ਨਾਨਕ ਨਿਰਗੁਣ ਗੁਣ ਕਰੇ। ਐਸੇ ਬ੍ਰਹਮ ਗਿਆਨ ਦੀ ਅਵਸਥਾ ਵਾਲੇ ਜਿਹੜੇ ਕੋਈ ਔਗਣ ਹਾਰੇ, ਉਹਨਾਂ ਨੂੰ ਵੀ ਸਾਧ ਸੰਗਤ ਜੀ ਗੁਣਾਂ ਦੀ ਦਾਤ ਬਖਸ਼ ਦਿੰਦੇ ਹਨ। ਜਿਨ੍ਹਾਂ ਨੇ ਔਗਣਾਂ ਨੂੰ ਧਾਰਨ ਕੀਤਾ ਤਿਨਾਂ ਤੇ ਐਸੀ ਰਹਿਮਤ ਕਰ ਦਿੰਦੇ ਹਨ। ਐਸੇ ਪਰ ਉਪਕਾਰੀ ਸੁਭਾਅ ਵਾਲੇ ਬੰਦਗੀ ਕਰਨ ਵਾਲੇ ਮਹਾਂਪੁਰਖ ਹੁੰਦੇ ਹੈ। ਜੇਕਰ ਕੋਈ ਨਿੰਦਿਆ ਕਰਦਾ ਹੈ ਨਾ, ਫਿਰ ਵੀ ਉਹਦੇ ਭਲੇ ਦੇ ਵਾਸਤੇ ਬਚਨ ਕਰਦੇ ਹਨ। ਕਿ ਨਹੀਂ ਹੈ ਕਿ ਕਿਸੇ ਨੇ ਨਿੰਦਿਆ ਕੀਤੀ ਤੇ ਉਹਦੇ ਤੇ ਗਿਲਾ ਕਰਨਾ, ਕਿਸੇ ਨੇ ਵਡਿਆਈ ਕੀਤੀ ਤੇ ਬੜਾ ਫੁੱਲੇ ਫਿਰਨਾ, ਕਿ ਆਖਣਾ ਕਿ ਵਾਹ ਇਹਦੇ ਤੇ ਬੜੀ ਮੇਰੀ ਪ੍ਰਸੰਨਤਾ ਹੈ, ਇਹ ਬੜੀ ਮੇਰੀ ਵਡਿਆਈ ਕਰਦਾ, ਬੜਾ ਮੇਰਾ ਜਸ ਕਰਦਾ। ਇਹ ਗੁਰਮੁਖਾਂ ਦੀ ਅਵਸਥਾ ਨਹੀਂ ਹੈ। ਜੋ ਗੁਰਮੁਖਾਂ ਦੀ ਅਵਸਥਾ ਹੈ, ਇਹ ਸਾਧ ਸੰਗਤ ਜੀ ਮਾਨ ਅਪਮਾਨ ਨੂੰ ਇਕਸਾਰ ਜਾਣ ਕਰਕੇ ਇੱਕੋ ਬਿਰਤੀ ਸਮਾਨ ਬਿਰਤੀ ਰੱਖਦੇ ਹਨ। ਔਗਣ ਹਾਰਿਆਂ ਨੂੰ ਦੇਖ ਕਰਕੇ ਇਹ ਨਹੀਂ ਆਖਣਾ ਕਿ ਇਹਨੇ ਤਾਂ ਔਗਣ ਹੀ ਬੜੇ ਧਾਰਨ ਕੀਤੇ ਐ, ਇਹਨੂੰ ਕੀ ਸ਼ੁਭ ਉਪਦੇਸ਼ ਦੇਣਾ ਨਹੀਂ। ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਹੈ, ਸਿੱਖੋ ਨਾਨਕ ਨਿਰਗੁਣ ਗੁਣ ਕਰੇ। ਐਸੇ ਬੰਦਗੀ ਕਰਨ ਵਾਲਿਆਂ ਦੀ ਅਵਸਥਾ ਬਣ ਜਾਂਦੀ ਹੈ। ਔਗਣ ਹਾਰਿਆਂ ਤੇ ਵੀ ਗੁਣ ਕਰਦੇ ਹਨ, ਭਾਵ ਉਹਨਾਂ ਤੇ ਪਰ ਉਪਕਾਰ ਕਰਦੇ, ਚੰਗੀ ਸਿੱਖਿਆ ਦੇ ਕਰਕੇ ਉਹਨਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਦੇ ਹਨ। ਗੁਣਵੰਤਿਆ ਗੁਣ ਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਨੇ ਸ਼ੁਭ ਗੁਣਾਂ ਨੂੰ ਧਾਰਨ ਕੀਤਾ ਉਹਨਾਂ ਨੂੰ ਆਪਣੇ ਵਾਂਗ ਬ੍ਰਹਮ ਗਿਆਨ ਦੀ ਅਵਸਥਾ ਦੇ ਦਿੰਦੇ ਹਨ। ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰਵਾ ਦਿੰਦੇ ਹੈ। ਪਰਮੇਸ਼ਰ ਦਾ ਭਜਨ ਕਰਵਾ ਕੇ, ਸੇਵਾ ਸਿਮਰਨ ਕਰਵਾ ਕੇ ਜਗਤ ਮਿਥਿਆ ਜਣਾ ਦਿੰਦੇ ਹਨ। ਇਹ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ, ਐਸੇ ਉਹਨਾਂ ਬੰਦਗੀ ਕਰਨ ਵਾਲੇ ਬ੍ਰਹਮ ਗਿਆਨੀਆਂ ਦੀ ਅਵਸਥਾ ਹੁੰਦੀ ਹੈ। ਤੇਹਾ ਕੋਈ ਨਾ ਸੁਝਈ। ਪਰ ਹਜੂਰ ਕਹਿੰਦੇ ਤੇਹਾ, ਉਹਨਾਂ ਬ੍ਰਹਮ ਗਿਆਨ ਦੀ ਅਵਸਥਾ ਵਾਲਿਆਂ ਵਰਗਾ ਕੋਈ ਸਾਨੂੰ ਨਜ਼ਰ ਨਹੀਂ ਆਉਂਦਾ, ਕੋਈ ਸੁਝਦਾ ਨਹੀਂ ਹੈ, ਕਿਸੇ ਪ੍ਰਕਾਰ ਵੀ ਹੋਰ ਥਾਂ ਤੇ ਕੋਈ ਦਿਸਦਾ ਨਹੀਂ। ਜੇ ਤਿਸ ਗੁਣ ਕੋਈ ਕਰੇ। ਜੇ ਕਹੇ ਕਿ ਮੈਂ ਬ੍ਰਹਮ ਗਿਆਨੀ ਦੇ ਉੱਪਰ ਕੋਈ ਪਰਉਪਕਾਰ ਕਰ ਦੇਵਾਂ, ਮੈਂ ਬ੍ਰਹਮ ਗਿਆਨੀ ਨੂੰ ਗੁਣ ਦੀ ਦਾਤ ਬਖਸ਼ਿਸ਼ ਕਰ ਦੇਵਾਂ, ਨਹੀਂ। ਸਾਧ ਸੰਗਤ ਜੀ, ਬ੍ਰਹਮ ਗਿਆਨੀ ਆਪ ਪਰਮੇਸ਼ਰ ਸਰੂਪ ਹੈ। ਜੇ ਪਰਮੇਸ਼ਰ ਨੂੰ ਕਿਸੇ ਪ੍ਰਕਾਰ ਕੋਈ ਪਰਮਾਤਮਾ ਦੇ ਅੱਗੇ ਆਪਣੀ ਮੱਤ ਨਹੀਂ ਜਣਾਈ ਜਾ ਸਕਦੀ, ਪਰਮੇਸ਼ਰ ਦੇ ਨਾਲ ਕੋਈ ਆਪਣੀ ਸਿਆਣਪ ਨਹੀਂ ਚਲਾਈ ਜਾ ਸਕਦੀ, ਕੋਈ ਪਰਉਪਕਾਰ ਨਹੀਂ ਕੀਤਾ ਜਾ ਸਕਦਾ, ਤੇ ਜੋ ਹੈ ਪਰਮੇਸ਼ਰ ਸਰੂਪ ਹੈ। ਬ੍ਰਹਮ ਗਿਆਨੀ ਆਪ ਪਰਮੇਸ਼ਰ ਹੈ, ਤੇ ਹਜੂਰ ਕਹਿੰਦੇ ਉਹਦੇ ਉੱਪਰ ਕਿੱਦਾਂ ਦਾ ਕੋਈ ਭਲਾ ਪਰਉਪਕਾਰ ਕਰ ਸਕਦਾ, ਕਿਵੇਂ ਕੋਈ ਦਾਅਵਾ ਕਰ ਸਕਦਾ ਕਿ ਮੈਂ ਇਹਦੇ ਤੇ ਉਪਕਾਰ ਕੀਤਾ ਹੈ। ਜੇ ਤਿਸ ਗੁਣ ਕੋਈ ਕਰੇ, ਐਸਾ ਜਗਤ ਅੰਦਰ ਹੋਰ ਕੋਈ ਨਹੀਂ ਹੈ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ 7ਵੀਂ ਪੌੜੀ ਦੇ ਅੰਦਰ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਵਾਹਿਗੁਰੂ ਦੇ ਭਜਨ ਕੀਤੇ ਬਿਨਾਂ ਭਾਵੇਂ ਜਿਤਨੀ ਮਰਜ਼ੀ ਕਿਸੇ ਮਨੁੱਖ ਦੀ ਉਮਰ ਲੰਬੀ ਹੋ ਜਾਵੇ, ਦਸਮ ਦਵਾਰ ਦੇ ਵਿੱਚ ਭਾਵੇਂ ਸਵਾਸ ਟਿਕਾ ਕਰਕੇ ਬੈਠਾ ਰਹੇ, ਪਰ ਭਜਨ ਕੀਤੇ ਬਿਨਾਂ ਕਦੇ ਮੁਕਤ ਨਹੀਂ ਹੋ ਸਕਦਾ। ਸਾਧ ਸੰਗਤ ਜੀ, ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ, ਸੰਤੋਖ ਸਰ ਸਾਹਿਬ ਆਪ ਜੀ ਨੇ ਪਾਵਨ ਅਸਥਾਨ ਦੇ ਦਰਸ਼ਨ ਕੀਤੇ ਹੋਵਣਗੇ। ਹਰਮੰਦਰ ਸਾਹਿਬ ਦੇ ਕੋਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਨਜ਼ਦੀਕ ਅਸਥਾਨ ਬਣਿਆ ਸੰਤੋਖ ਸਰ ਸਾਹਿਬ। ਇਹ ਸੰਤੋਖੇ ਯੋਗੀ ਦੀ ਯਾਦ ਦੇ ਵਿੱਚ ਬਣਿਆ ਹੋਇਆ ਪਾਵਨ ਅਸਥਾਨ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਮੁਕਤ ਕੀਤਾ ਸੀਗਾ। ਸਾਧ ਸੰਗਤ ਜੀ, ਤ੍ਰੇਤੇ ਯੁੱਗ ਦਾ ਬੈਠਾ ਹੋਇਆ ਚੌਂਕੜਾ ਲਾ ਕੇ, ਪਦਮ ਆਸਣ ਲਾ ਕਰਕੇ ਤੇ ਦਸਮ ਦਵਾਰ ਦੇ ਵੀ ਸਵਾਸ ਚੜਾ ਕੇ ਬੈਠਾ ਸੀਗਾ। ਮੁਕਤ ਨਹੀਂ ਸੀ ਹੋ ਸਕਿਆ, ਭਾਵੇਂ ਆਪਣੇ ਗੁਰੂ ਦੇਵ ਤੋਂ ਸਵਾਸ ਦਸਮ ਦਵਾਰ ਵਿੱਚ ਚੜਾਉਣੇ ਸਿੱਖ ਲਏ ਸਨ। ਇੰਨਾ ਲੰਮਾ ਸਮਾਂ ਵੀ ਭਾਵੇਂ ਸਵਾਸ ਚੜਾ ਕਰਕੇ ਦਸਮ ਦਵਾਰ ਵਿੱਚ ਬੈਠਾ ਰਿਹਾ, ਤੇ ਕਲਯੁੱਗ ਦੇ ਸਮੇਂ ਅੰਦਰ ਸਤਿਗੁਰੂ ਜੀ ਨੇ ਇਹਦਾ ਉਧਾਰ ਕੀਤਾ ਜਦੋਂ ਸੇਵਾ ਕਰਵਾ ਰਹੇ ਸਨ।
ਮੱਟ ਦੇ ਵਿੱਚ ਬੈਠਾ ਹੋਇਆ ਉਸੇ ਤਰ੍ਹਾਂ ਬਾਹਰ ਜਦੋਂ ਸਤਿਗੁਰੂ ਜੀ ਨੇ ਹੁਕਮ ਕੀਤਾ ਤੇ ਸਿੱਖਾਂ ਨੇ ਬਾਹਰ ਕੱਢਿਆ ਤੇ ਸਾਧ ਸੰਗਤ ਦੇ ਹੱਥਾਂ ਦੀਆਂ ਤਲੀਆਂ ਜੋ ਕਸਤੂਰੀ ਤੇ ਮੱਖਣ ਰਲਾ ਕਰਕੇ ਚੱਸਿਆ, ਫਿਰ ਤਾਲੂ ਦੇ ਵਿੱਚ ਚੱਸਿਆ, ਫਿਰ ਥੋੜੀ ਥੋੜੀ ਹੋਸ਼ ਆਉਣ ਲੱਗ ਪਈ, ਸਵਾਸ ਹੇਠਾਂ ਆ ਗਏ ਸਰੀਰ ਦੇ ਵਿੱਚ। ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ ਬਾਬਾ ਬੁੱਢਾ ਸਾਹਿਬ ਜੀ ਨੇ ਗੁਪਤ ਰੂਪ ਦੇ ਵਿੱਚ ਸਵਾਲ ਕੀਤਾ, ਹੱਥ ਦੀਆਂ 5 ਉਂਗਲਾਂ ਦਿਖਾ ਕੇ। ਇਉਂ 5 ਉਂਗਲਾਂ ਦਿਖਾ ਕੇ ਤੇ ਇਵੇਂ ਗੁਪਤ ਰੂਪ ਦੇ ਵਿੱਚ ਜੋਗੀ ਨੂੰ ਸਵਾਲ ਕੀਤਾ ਕਿ ਇਹ ਜੋਗੀ ਜੀ ਇੰਨੀ ਵਡੇਰੀ ਉਮਰ ਆਪ ਦੀ ਹੋ ਗਈ ਹੈ ਕਿ ਇਹਨਾਂ 5 ਵਿਕਾਰਾਂ ਨੂੰ ਭਾਵ ਕਿ ਜਿਹੜੇ 5 ਚੋਰ ਇਹਨਾਂ ਨੂੰ ਆਪਣੇ ਵੱਸ ਕਰ ਲਿਆ। ਤੇ ਸਾਧ ਸੰਗਤ ਦੀ ਉਸ ਸੰਤੋਖੇ ਜੋਗੀ ਨੇ ਸਿਰ ਫੇਰ ਦਿੱਤਾ ਸੀਗਾ ਕਿ ਸੂਖਮ ਰੂਪ ਦੇ ਵਿੱਚ ਅਜੇ ਵੀ ਮੇਰੇ ਅੰਦਰ ਇਹਨਾਂ ਦੀ ਅੰਸ਼ ਹੈ, ਅਜੇ ਮਰੇ ਨਹੀਂ ਹੈ। ਭਾਵੇਂ ਮੈਂ ਕਿੰਨੀ ਉਮਰ ਦਾ ਵੀ ਹੋ ਗਿਆ, 10ਵੇਂ ਦਵਾਰ ਦੇ ਵਿਸ਼ਵਾਸ ਚੜਾਉਣੇ ਵੀ ਸਿੱਖ ਲਏ ਹੈ, ਯੋਗ ਮਤ ਵੀ ਸਿੱਧ ਕਰ ਲਿਆ, ਪਰ ਅਜੇ ਵੀ ਸੂਖਮ ਰੂਪ ਦੇ ਵਿੱਚ ਅੰਸ਼ ਮੇਰੇ ਅੰਦਰ ਇਹਨਾਂ ਪ੍ਰਬਲ ਵਿਕਾਰਾਂ ਦੀ ਹੈ। ਤੇ ਸਾਧ ਸੰਗਤ ਜੀ ਸਤਿਗੁਰੂ ਜੀ ਨੇ ਇਹਦਾ ਉਧਾਰ ਕੀਤਾ ਸੀ। ਮਹਾਰਾਜ ਸੱਚੇ ਪਾਤਸ਼ਾਹੀ ਨੇ ਸ਼ਬਦ ਉਚਾਰਨ ਕਰਕੇ ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਥੰਮ ਪਸਾਰ ਥੰਮਿਓ ਪਾਸਾਰਾ ਤਬ ਇੱਕ ਹੈ ਏਕੰਕਾਰਾ। ਕਿ ਹੇ ਜੋਗੀ, ਜਿਵੇਂ ਬਾਜੀਗਰ ਸੱਚਾ ਹੁੰਦਾ ਹੈ, ਬਾਜੀਗਰ ਦਾ ਖੇਲ ਨਹੀਂ ਸੱਚਾ ਹੁੰਦਾ, ਤਿਵੇਂ ਸੰਸਾਰ ਇਹ ਨਾਸ਼ਵੰਤ ਹੈ। ਸੰਸਾਰ ਦਾ ਇੱਕ ਤਮਾਸ਼ਾ ਪਰਮੇਸ਼ਰ ਨੇ ਬਣਾਇਆ, ਖੇਲ ਬਣਾਈ ਹੋਈ ਹੈ। ਜਗਤ ਦੇ ਸਾਰੇ ਜੀਵ ਕਠਪੁਤਲੀਆਂ ਦੀ ਤਰ੍ਹਾਂ ਨੇ, ਇਹਨਾਂ ਨੂੰ ਸੱਚਾ ਨਾ ਮੰਨ। ਇਹ ਸ਼ਬਦ ਉਚਾਰਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਸੰਤੋਖੇ ਯੋਗੀ ਨੂੰ ਸਾਧ ਸੰਗਤ ਜੀ ਸੰਸਾਰ ਤੋਂ ਮੁਕਤ ਕੀਤਾ ਹੈ ਔਰ ਉਸੇ ਦੀ ਯਾਰ ਦੇ ਅੰਦਰ ਸੰਤੋਖ ਸਰ ਸਾਹਿਬ ਪਾਵਨ ਅਸਥਾਨ ਬਣਿਆ। ਭਾਵ ਇਹਦੇ ਤੋਂ ਇਹ ਤਾਤਪਰ ਜਸਾ ਨੇ ਸਮਝਣਾ ਹੈ ਕਿ ਜਿੰਨੀ ਮਰਜ਼ੀ ਸਾਡੀ ਉਮਰ ਵੱਡੀ ਹੋ ਜਾਵੇ, ਪਰ ਵਾਹਿਗੁਰੂ ਦੇ ਸਿਮਰਨ ਕੀਤੇ ਬਿਨਾਂ ਕਦੇ ਸਫਲਾ ਨਹੀਂ ਜੀਵਨ ਹੋ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਿਰਪਾ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ। ਸਤਿਗੁਰੂ ਜੀ ਦੇ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪੁੱਲਾਂ ਦੀ ਖੇਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣ ਯੋਗ ਹੋ। ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਤੇਹਾ ਕੋਈ ਨਾ ਸੁਝਈ, ਜੇ ਤਿਸ ਗੁਣ ਕੋਇ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।